ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ, ਜਿਹਦੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਗੰਭੀਰ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ। ਇਹ ਮੁੱਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ। ਇਹ ਮੁੱਦਾ ਹੈ ਜੀ ਆਜ਼ਾਦੀ ਦਾ। ਆਜ਼ਾਦੀ ਕੀ ਹੈ? ਕਹਿੰਦੇ ਕਿ ਆਜ਼ਾਦੀ ਦਾ ਸਹੀ ਮਤਲਬ ਉਸ ਪੰਛੀ ਨੂੰ ਪੁੱਛੋ ਜੋ ਆਪਣੇ ਜੀਵਨ ਵਿੱਚ ਹੋਸ਼ ਸੰਭਾਲਣ ਤੋਂ ਲੈ ਕੇ ਅੰਤ ਤੱਕ ਇੱਕ ਪਿੰਜਰੇ ਵਿੱਚ ਹੀ ਕੈਦ ਰਹਿੰਦਾ ਹੈ। 1947 ਵਿੱਚ ਚਾਹੇ ਭਾਰਤ ਆਜ਼ਾਦ ਹੋ ਚੁੱਕਾ ਹੈ, ਪਰ ਸਿੱਖਾਂ ਲਈ ਆਜ਼ਾਦੀ ਦਾ ਕੀ ਮਤਲਬ ਹੈ? ਕਿ ਸਿੱਖ ਕੌਮ ਸੱਚਮੁੱਚ ਵਿੱਚ ਆਜ਼ਾਦ ਹੋਈ ਜਾਂ ਉਸੇ ਹੀ ਤਰੀਕੇ ਨਾਲ ਗੁਲਾਮ ਹੈ ਜਿਸ ਤਰੀਕੇ ਨਾਲ ਅੰਗਰੇਜ਼ਾਂ ਦੇ ਰਾਜ ਵਿੱਚ ਸੀ? ਸਿੱਖ ਕੌਮ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਸਿੱਖ ਕੌਮ ਨਾਲ ਹੋਇਆ ਹੈ, ਉਸ ਵਿੱਚ ਆਜ਼ਾਦੀ ਲਈ ਜੱਦੋ-ਜਹਿਦ ਹੀ ਹੋਈ ਹੈ। ਆਪਣੀ ਪਹਿਚਾਣ ਨੂੰ ਕਾਇਮ ਰੱਖਣ ਲਈ ਸਿੱਖ ਕੌਮ ਨੂੰ ਹੁਣ ਤੱਕ ਜੱਦੋ-ਜਹਿਦ ਕਰਨੀ ਪਈ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਮੌਕੇ ਦੇ ਮੁਗਲ ਰਾਜਿਆਂ ਨੇ ਸਿੱਖਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੌਜੂਦਾ ਸਮੇਂ ਵਿੱਚ ਮੌਕੇ ਦੀ ਸਰਕਾਰ ਸਿੱਖਾਂ ਨੂੰ ਉਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖ ਇਤਿਹਾਸ ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਵਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਸਿੱਖ ਕੌਮ ਨੂੰ ਦਬਾਉਣ ਦੀ ਸਾਜ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਹਿੰਦੁਸਤਾਨ ਦੇ ਇਤਿਹਾਸ ਵਿੱਚ ਊਚ ਨੀਚ ਦੀ ਪ੍ਰਥਾ ਕਿੱਥੋਂ ਸ਼ੁਰੂ ਹੋਈ? ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਦੇ ਇੱਕ ਹਿੱਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਸ ਸਮੱਸਿਆ ਦੀ ਜੜ ਤੱਕ ਪਹੁੰਚਣ ਵਾਸਤੇ ਅਸੀਂ ਸਿੱਖ ਇਤਿਹਾਸ ਦੇ ਗੁੱਝਾ ਗਿਆਨ ਰੱਖਣ ਵਾਲੇ ਭਾਈ ਸੋਹਣ ਸਿੰਘ ਜੀ ਨਾਲ ਮੁਲਾਕਾਤ ਕੀਤੀ। ਸਿੱਖ ਇਤਿਹਾਸ ਨੂੰ ਲੈ ਕੇ ਬਹੁਤ ਹੀ ਬਰੀਕੀ ਨਾਲ ਘੋਖ ਕਰ ਚੁੱਕੇ ਸਿੱਖ ਪੰਥ ਦੀ ਜਾਨੀ ਮਾਨੀ ਹਸਤੀ ਭਾਈ ਸੋਹਣ ਸਿੰਘ ਜੀ ਖਾਲਸਾ ਨਾਲ ਕੁਝ ਸਮਾਂ ਬਿਤਾਉਣ ਦਾ ਸੁਭਾਗ ਸਾਡੇ ਰਿਪੋਰਟਰ ਗੁਰਤੇਜ ਸਿੰਘ ਨੂੰ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਜ਼ਾਦੀ ਦੇ ਸਹੀ ਅਰਥ ਤੇ ਭਾਰਤ ਦੇ ਇਤਿਹਾਸ ਵਿੱਚ ਗੁਲਾਮੀ ਦੀ ਮੌਜੂਦਗੀ ਬਾਰੇ ਤੱਤਾਂ ਸਮੇਤ ਜਾਣਕਾਰੀ ਦਿੱਤੀ। ਇਹ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਮੁਲਾਕਾਤ ਵਿੱਚ ਭਾਈ ਸੋਹਣ ਸਿੰਘ ਜੀ ਨੇ ਦਿੱਤੀ ਹੈ, ਜੋ ਕਿ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਹੈ, ਜਿਸ ਨਾਲ ਤੁਹਾਡੀ ਜਾਣਕਾਰੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ ਹੈ। ਸੋ ਆਓ ਦੇਖਦੇ ਹਾਂ ਇਹ ਗੱਲਬਾਤ ਤੇ ਨਾਲ ਹੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਕਦੇ ਟੀਵੀ ਤੇ ਆਪ ਸਭ ਸੰਗਤਾਂ ਦਾ ਬਹੁਤ ਸਵਾਗਤ ਹੈ। ਅੱਜ ਅਸੀਂ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਸਰਦਾਰ ਸੋਹਣ ਸਿੰਘ ਜੀ ਖਾਲਸਾ, ਜੋ ਕਿ ਸਿੱਖ ਕੌਮ ਦੇ ਹਿਸਟੋਰੀਅਨ ਵੀ ਕਹੇ ਜਾ ਸਕਦੇ ਹਨ, ਜਿਨ੍ਹਾਂ ਨੇ ਕਈ ਪ੍ਰੋਗਰਾਮਾਂ ਦੇ ਵਿੱਚ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਬਹੁਤ ਮਨਮੋਹਿਤ ਕੀਤਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕਈ ਟੀਵੀ ਚੈਨਲਾਂ 'ਤੇ ਵੀ ਲੈਕਚਰ ਕੀਤੇ ਹਨ, ਕਈ ਐਸੇ ਵਿਚਾਰਾਂ 'ਤੇ ਐਸੇ ਵਿਸ਼ਿਆਂ 'ਤੇ ਗੱਲਾਂ ਕੀਤੀਆਂ ਹਨ ਜੋ ਅੱਜ ਦੇ ਨੌਜਵਾਨਾਂ ਨੂੰ ਇੱਕ ਸਹੀ ਰਾਹ ਦੱਸਦੀਆਂ ਹਨ। ਅਸੀਂ ਸਭ ਤੋਂ ਪਹਿਲੇ ਸਵਾਗਤ ਕਰਨਾ ਚਾਹਾਂਗੇ ਸੋਹਣ ਸਿੰਘ ਖਾਲਸਾ ਜੀ ਦਾ, ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਮਤੀ ਸਮਾਂ ਕੱਢਿਆ ਹੈ। ਆਪ ਜੀ ਦਾ ਸਾਡੇ ਚੈਨਲ 'ਤੇ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਵਿਸ਼ਾ ਅਸੀਂ ਲੈ ਕੇ ਚੱਲ ਰਹੇ ਹਾਂ, ਆਜ਼ਾਦ ਭਾਰਤ ਦਾ ਸਿੱਖ, ਅਸੀਂ ਇਸ ਦੀ ਥੋੜ੍ਹੀ ਜਿਹੀ ਗਹਿਰਾਈ ਵੱਲ ਜਾਈਏ, ਕਿਉਂਕਿ ਇਹ ਬਹੁਤ ਗੰਭੀਰ ਵਿਸ਼ਾ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਵਸ ਰਹੇ ਸਿੱਖਾਂ ਦਾ ਔਰ ਪੰਜਾਬੀਆਂ ਦਾ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਅੱਜ ਦੇ ਆਜ਼ਾਦ ਭਾਰਤ ਵਿੱਚ ਸਿੱਖ ਆਜ਼ਾਦ ਹੈ ਕਿ ਨਹੀਂ। ਜੇ ਆਜ਼ਾਦ ਹੈ ਤੇ ਉਹ ਕਿਸ ਤਰ੍ਹਾਂ ਆਜ਼ਾਦ ਹੈ, ਜੇ ਉਹ ਆਜ਼ਾਦ ਨਹੀਂ ਤੇ ਉਹ ਕਿਸ ਤਰ੍ਹਾਂ ਆਜ਼ਾਦ ਨਹੀਂ? ਵੀਰ ਜੀ, ਬਹੁਤ ਗੰਭੀਰ ਵਿਸ਼ਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਆਜ਼ਾਦੀ ਦੇ ਜਿਹੜੇ ਸ਼ਬਦੀ ਅਰਥ ਨੇ, ਫਰੀਡਮ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਅਤੇ ਇਹ ਆਜ਼ਾਦੀ ਸਿਰਫ ਬਾਰਡਰ ਦੇ ਅੰਦਰ ਤੁਹਾਨੂੰ ਇੱਕ ਜਗ੍ਹਾ ਦੇ ਦਿੱਤੀ ਜਾਵੇ, ਉਹੀ ਨਹੀਂ ਹੁੰਦੀ ਹੈ। ਆਜ਼ਾਦੀ ਸ਼ਬਦ ਦਾ ਅਰਥ ਹੈ ਕਿ ਤੁਹਾਡੀ ਰਾਜਨੀਤਿਕ ਸ਼ਕਤੀ, ਤੁਹਾਡੀ ਰਾਜਨੀਤਿਕ ਹੋਂਦ, ਤੁਹਾਡੀ ਧਾਰਮਿਕ ਹੋਂਦ ਜਿਹਦੇ 'ਚ ਕਿਸੇ ਦੀ ਦਖਲਅੰਦਾਜ਼ੀ ਨਾ ਹੋਵੇ, ਤੁਹਾਡੀ ਸੱਭਿਆਚਾਰਕ ਹੋਂਦ, ਉੱਤੇ ਕੋਈ ਹਮਲਾ ਨਾ ਹੋਵੇ, ਤੁਹਾਡੀ ਆਰਥਿਕ ਜਿਹੜੀ ਸੈਟਅਪ ਆ ਉਹਦੇ ਵਿੱਚ ਵੀ ਕਿਸੇ ਦੂਜੇ ਦਾ ਦਖਲ ਨਾ ਹੋਵੇ। ਇਸ ਲਈ ਜੇ ਇਹਨਾਂ ਵਿੱਚੋਂ ਕਿਸੇ ਵੀ ਪੋਰਸ਼ਨ ਦੇ ਵਿੱਚ ਦੂਜੇ ਲੋਕਾਂ ਦੀ ਦਖਲਅੰਦਾਜ਼ੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਹੀਂ ਜੇ ਮੰਨ ਸਕਦੇ। ਹੁਣ
ਜਦੋਂ ਅਸੀਂ ਹਿਸਟਰੀ ਦੇ ਅੰਦਰ ਝਾਤ ਮਾਰਦੇ ਹਾਂ, ਕਿਉਂਕਿ ਇਹਦਾ ਬੈਕਗਰਾਉਂਡ ਹੈ ਜਿਹੜਾ, ਉਹਨੂੰ ਸਟੱਡੀ ਕੀਤੇ ਬਗੈਰ, ਸਮਝੇ ਬਗੈਰ ਅਸੀਂ ਆਜ਼ਾਦੀ ਦੇ ਠੀਕ ਤੋਂ ਮਾਇਨੇ ਸਮਝ ਨਹੀਂ ਪਾਵਾਂਗੇ। ਆਜ਼ਾਦੀ ਜਦੋਂ ਖੁੱਸਦੀ ਹੈ, ਜਦੋਂ ਗੁਆਚਦੀ ਹੈ, ਪਹਿਲਾਂ ਤੁਹਾਨੂੰ ਰਾਜਨੀਤਿਕ ਤੌਰ 'ਤੇ ਗੁਲਾਮ ਬਣਾਇਆ ਜਾਂਦਾ, ਫਿਰ ਤੁਹਾਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾਇਆ ਜਾਂਦਾ। ਪਰ ਜਦੋਂ ਕੋਈ ਯੋਧਾ, ਜਦੋਂ ਕੋਈ ਪੈਗੰਬਰ, ਜਦੋਂ ਕੋਈ ਗੁਰੂ ਤੁਹਾਨੂੰ ਆਜ਼ਾਦੀ ਬਖਸ਼ਦਾ ਹੈ, ਆਜ਼ਾਦੀ ਦਾ ਅਲੰਬਰਦਾਰ ਬਣ ਕੇ, ਉਹ ਪਹਿਲਾਂ ਤੁਹਾਨੂੰ ਮਾਨਸਿਕ ਗੁਲਾਮੀ 'ਚੋਂ ਕੱਢਦਾ ਹੈ। ਮਾਨਸਿਕ ਗੁਲਾਮੀ ਤੋਂ ਬਾਅਦ ਫਿਰ ਤੁਹਾਡੀ ਸਰੀਰਕ ਗੁਲਾਮੀ ਤੋੜਦਾ ਹੈ। ਪਰ ਜੇ ਤੁਸੀਂ ਅੱਜ ਸਿੱਖਾਂ ਦੀ ਗੱਲ ਕੀਤੀ ਹੈ, ਤੁਹਾਡੇ ਸਵਾਲ ਦਾ ਜਵਾਬ ਹੈ, ਸਿੱਖ ਕਿਸੇ ਵੀ ਪਹਿਲੂ ਤੋਂ ਆਜ਼ਾਦ ਨਹੀਂ ਹੈ। ਜਦੋਂ ਤੁਸੀਂ ਹਿਸਟਰੀ ਆਫ ਇੰਡੀਆ ਨੂੰ ਪੜ੍ਹਦੇ ਹੋ, ਇਸ ਮੁਲਕ ਦੀ ਹਿਸਟਰੀ ਨੂੰ ਪੜ੍ਹਦੇ ਹੋ, ਉਹਦੇ ਅੰਦਰ ਤੁਸੀਂ ਦੇਖੋ ਕਿ ਇੱਥੇ ਸਭ ਤੋਂ ਪਹਿਲਾਂ ਆਰੀਅਨਸ ਆਏ। ਜਦੋਂ ਆਰੀਅਨਸ ਨੇ ਈਰਾਨ ਤੋਂ ਆ ਕੇ ਐਂਟਰੀ ਮਾਰੀ ਹੈ, ਤੇ ਉਹ ਆਪਣੇ ਨਾਲ ਇੱਕ ਗ੍ਰੰਥ ਲੈ ਕੇ ਆਏ ਜਿਹਨੂੰ ਜੈਨਵਿਸਟਾ ਕਹਿੰਦੇ ਆ। ਜੈਨਵਿਸਟਾ ਗ੍ਰੰਥ ਦੇ ਅੰਦਰ ਜਾਤੀ ਵੰਡ ਨਹੀਂ ਸੀ, ਵਰਣ ਵੰਡ ਸੀ। ਵਰਣ ਵੰਡ ਦੇ ਅੰਦਰ ਉਹਨਾਂ ਦੇ 3 ਜਿਹੜੇ ਵਰਣ ਸੀਗੇ, ਇੱਕ ਢੋਰ ਚਾਰਾਂ ਦਾ ਜਿਹੜਾ ਪਸ਼ੂ ਚਾਰਦਾ ਸੀ, ਇੱਕ ਖੇਤੀ ਕਰਨ ਵਾਲਿਆਂ ਦਾ, ਇੱਕ ਸ਼ਿਕਾਰ ਕਰਨ ਵਾਲਿਆਂ ਦਾ। ਪੰਜਾਬ ਦੇ ਵਿੱਚ ਆਰੀਅਨਸ ਦੇ ਆਉਣ ਦੇ ਨਾਲ ਹਿਲਜੁਲ ਸ਼ੁਰੂ ਹੋ ਗਈ। ਇਸ ਹਿਲਜੁਲ ਦੇ ਵਿੱਚ ਫਿਰ ਕੀ ਹੋਇਆ, ਨਗਾੜੇ ਬਣ ਗਏ, ਵਾਰਾਂ ਦੀ ਰਚਨਾ ਹੋਈ, ਯੋਧਿਆਂ ਦੀ ਕਾਵਿ ਰਚਨਾ ਹੋਈ, ਅਤੇ ਪੰਜਾਬ ਦੀ ਧਰਤੀ ਦੇ ਅੰਦਰ ਜਿਹੜਾ ਜੰਗਜੂ ਸੁਭਾਅ ਆ ਉਤਪੰਨ ਹੋਣ ਲੱਗ ਪਿਆ। ਇੱਥੇ ਤਤਾਰੀ ਆ ਗਏ, ਤਤਾਰੀਆਂ ਦੇ ਆਉਣ ਨਾਲ ਹੋਰ ਹਿਲਜੁਲ ਵੱਧ ਗਈ। ਅਤੇ ਫਿਰ ਇੱਥੇ ਦੀ ਡਿਵੈਲਪਮੈਂਟ ਦੇ ਅੰਦਰ ਇੱਕ ਜਿਹੜਾ ਵੱਡਾ ਪਲਟਾ ਖਾਧਾ, ਉਹ ਮਹਾਂਭਾਰਤ ਦਾ ਯੁੱਧ ਹੋਇਆ। ਇਸ ਮਹਾਂਭਾਰਤ ਦੇ ਯੁੱਧ ਨੇ ਭਾਰਤ ਦਾ ਮਹਾਂ ਵਿਨਾਸ਼ ਕੀਤਾ। ਇੱਥੇ ਦੇ ਵਿਗਿਆਨਕ, ਇੱਥੇ ਦਾ ਬੁੱਧੀਜੀਵੀ ਵਰਗ, ਇੱਥੇ ਦੇ ਧਾਰਮਿਕ ਆਗੂ, ਉਹ ਜੰਗਾਂ ਦੇ ਅੰਦਰ ਮਾਰੇ ਗਏ। ਹੁਣ ਜਦੋਂ ਬਹੁਤ ਵੱਡਾ ਵਿਨਾਸ਼ ਹੋਇਆ, ਉਸ ਵਿਨਾਸ਼ ਤੋਂ ਬਾਅਦ ਇਸ ਮੁਲਕ ਦਾ ਟੁੱਟਣਾ ਲਾਜ਼ਮੀ ਸੀ। ਇੱਥੇ 3 ਪਦ ਬਣ ਗਏ। ਇੱਕ ਪਦ ਬਣ ਗਿਆ ਕੁਰੂ ਪਦ, ਜਿਹੜਾ ਕੁਰੂਕਸ਼ੇਤਰ ਦੀ ਧਰਤੀ ਸੀ, ਇਹਦੇ ਆਲੇ ਦੁਆਲੇ ਦਾ ਇਲਾਕਾ। ਦੂਜਾ ਪਦ ਬਣ ਗਿਆ ਮਦਰ ਪਦ, ਜਿਹੜਾ ਅਨੰਦਪੁਰ ਸਾਹਿਬ ਦਾ ਇਲਾਕਾ, ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹਦਾ ਜ਼ਿਕਰ ਕਰਦੇ ਨੇ, ਮਦਰ ਦੇਸ਼ ਦਾ। ਤੀਜਾ ਇਲਾਕਾ ਬਣ ਗਿਆ ਤ੍ਰਿਗਰਤ, ਜਿਹੜਾ ਜਲੰਧਰ ਦਾ ਏਰੀਆ ਸੀ, ਉਹਦੇ ਦੁਆਲੇ ਦਾ ਏਰੀਆ। ਇਨ ਬਿਟਵੀਨ ਮਹਾਂਭਾਰਤ ਦੇ ਅੰਦਰ ਇਹ ਲੋਕ ਰਾਜ ਸਥਾਪਿਤ ਹੋ ਗਿਆ। ਇੱਥੇ ਔਰਤਾਂ ਨੂੰ ਆਜ਼ਾਦੀ ਸੀ, ਉਹ ਸਵੰਬਰ ਵੀ ਕਰ ਸਕਦੀਆਂ ਸੀ, ਆਪਣੀ ਮਰਜ਼ੀ ਨਾਲ ਵਿਆਹ ਵੀ ਕਰ ਸਕਦੀਆਂ ਸੀ। ਹੁਣ ਇਹਦੇ ਅੰਦਰ ਜਿਹੜੀਆਂ ਚੇਂਜਸ ਆਈਆਂ, ਇੱਥੇ ਈਸਾ ਤੋਂ 223 ਸਾਲ ਪਹਿਲਾਂ ਮਹਾਤਮਾ ਬੁੱਧ ਦਾ ਜਨਮ ਹੋਇਆ। ਉਹ ਤੋਂ 26 ਸਾਲ ਪਹਿਲਾਂ ਜਿਹੜਾ ਜਨਮ ਹੋਇਆ ਉਹ ਹੋ ਗਿਆ ਮਹਾਵੀਰ ਦਾ। ਬੁੱਧ ਦੇ ਆਉਣ ਦੇ ਨਾਲ ਬੁੱਧ ਧਰਮ ਦਾ ਪਸਾਰਾ ਬੜਾ ਜ਼ਿਆਦਾ ਹੋਇਆ ਇੱਥੇ। ਇਸ ਪਸਾਰੇ ਦੇ ਵਿੱਚ ਜਿਹੜੀ ਇਨ ਬਿਟਵੀਨ ਮੈਨੂੰ ਕਦੀ ਕਦੀ ਹੈਰਾਨੀ ਹੁੰਦੀ ਹੈ ਕਿ ਇਸ ਮੁਲਕ ਦੇ ਉੱਤੇ ਕਿੱਥੋਂ ਕਿੱਥੋਂ ਆ ਕੇ ਲੋਕਾਂ ਨੇ ਹਮਲਾ ਕੀਤਾ। ਮਿਸਰ ਦਾ ਇੱਕ ਰਾਜਾ ਸੈਸਾਸਰੀ, ਉਹ ਇੱਥੇ ਆ ਕੇ ਹਮਲਾ ਕਰਦਾ। ਉਸ ਤੋਂ ਬਾਅਦ ਜੈਤਸਰੀ ਇੱਕ ਹੋਰ ਰਾਜਾ ਆਉਂਦਾ, ਉਹ ਹਮਲਾ ਕਰਦਾ। ਉਸ ਤੋਂ ਬਾਅਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹਮਲਾਵਰ ਇੰਨੀ ਗਿਣਤੀ ਵੱਧ ਗਈ ਕਿ ਕਦੀ ਅਲਪਤਗੀਨ ਆ ਗਿਆ, ਕਦੀ ਸੁਬਕਤਗੀਨ ਆ ਗਿਆ, ਕਦੀ ਗੁਲਾਮ ਆ ਗਿਆ, ਕਦੀ ਹੁਨ ਆ ਗਏ, ਮਹਿਮੂਦ ਗਜਨਵੀ ਦੇ 17 ਹਮਲੇ ਆ ਗਏ, ਮੁਹੰਮਦ ਗੌਰੀ ਦੇ ਹਮਲੇ ਆ ਗਏ। ਇਹ ਸਾਰਾ ਇਸ ਧਰਤੀ 'ਤੇ ਹਮਲੇ ਹੋਣ ਲੱਗ ਪਏ। ਹੁਣ ਇੱਥੇ ਜਿਹੜਾ ਮਹਾਤਮਾ ਬੁੱਧ ਦਾ ਜਿਹੜਾ ਚੇਲਾ ਬਣਿਆ ਉਹ ਅਸ਼ੋਕ ਨੇ ਲੜਾਈ ਜਿੱਤੀ। ਲੜਾਈ ਜਿੱਤਣ ਤੋਂ ਬਾਅਦ ਉਪਰਾਮ ਹੋ ਗਿਆ। ਹੁਣ ਉਹਨੇ ਹਥਿਆਰ ਸਿੱਟ ਦਿੱਤੇ ਕਿ ਹੁਣ ਮੈਂ ਹੋਰ ਲੜਾਈ ਨਹੀਂ ਲੜਨੀ। ਇੱਥੋਂ ਹਿੰਦੁਸਤਾਨ ਦੀ ਮਾੜੀ ਕਿਸਮਤ ਜਿਹੜੀ ਉਹ ਆਰੰਭ ਹੋ ਗਈ। ਇੱਕ ਗੱਲ ਜਿਹੜੀ ਸਿੱਖ ਇਤਿਹਾਸ 'ਚ ਆਉਂਦੀ ਆ, ਉਹਨੇ ਪਾਟਲੀ ਪੁੱਤਰ ਮਤਲਬ ਪਟਨੇ ਹਥਿਆਰ ਸਿੱਟੇ ਸੀ। ਪਰ ਇਸ ਮੁਲਕ ਦੀ ਆਜ਼ਾਦੀ ਨੂੰ ਆਪਣੇ ਖੂਨ ਨਾਲ ਸਿੰਜਣ ਦੇ ਲਈ ਜਿਸ ਸਥਾਨ 'ਤੇ ਅਸ਼ੋਕ ਨੇ ਤਲਵਾਰ ਸਿੱਟੀ ਸੀ, ਉਸੇ ਸਥਾਨ ਤੋਂ ਪਾਤਸ਼ਾਹ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਲਵਾਰ ਚੁੱਕੀ ਸੀ ਆਪਣੇ ਬਚਪਨ ਦੇ ਚੋਜਾਂ ਦੇ ਵਿੱਚ। ਇਨ ਬਿਟਵੀਨ ਜਿਹੜਾ ਇੱਥੇ ਧਰਮ ਜਿਹੜਾ ਇਸਲਾਮ ਦਾ ਆਗਮਨ ਹੋ ਗਿਆ। ਇਸਲਾਮ ਦੇ ਵਿੱਚ ਉਹਨਾਂ ਨੇ ਇਹ ਨਾਅਰਾ ਦੇ ਦਿੱਤਾ ਕਿ ਇੱਕ ਹੱਥ ਦੇ ਵਿੱਚ ਤਲਵਾਰ ਹੋਏਗੀ, ਦੂਜੇ ਹੱਥ ਦੇ ਵਿੱਚ ਕੁਰਾਨ ਹੋਏਗੀ ਅਤੇ ਪੂਰਾ ਸੰਸਾਰ ਫਤਿਹ ਕਰਨਾ ਹੈ। ਇੱਥੇ ਮਹਿਮੂਦ ਗਜਨਵੀ ਆਇਆ, ਉਹਨੇ ਹਿੰਦੁਸਤਾਨ ਦੀਆਂ ਔਰਤਾਂ ਨੂੰ ਬੇਪਤ ਕੀਤਾ। ਤੈਮੂਰ ਜਦੋਂ ਆਇਆ, ਉਹਨੇ ਦਿੱਲੀ ਦੇ ਅੰਦਰ ਕਿਰਪਾਨ ਕੱਢ ਕੇ ਟੇਬਲ 'ਤੇ ਰੱਖ ਦਿੱਤੀ, ਤਲਵਾਰ ਕੱਢ ਕੇ ਟੇਬਲ 'ਤੇ ਰੱਖ ਦਿੱਤੀ। ਉਸ ਤਲਵਾਰ ਕੱਢਣ ਤੋਂ ਬਾਅਦ 1 ਲੱਖ ਲੋਕਾਂ ਦਾ ਕਤਲ ਕੀਤਾ ਗਿਆ, ਕੋਈ ਕੁਸਕਣ ਵਾਲਾ ਨਹੀਂ ਸੀ।
ਪੰਜਾਬ ਦੇ ਅੰਦਰ ਪੰਜਾਬ ਦੇ ਜੰਮੇ ਯੋਧਿਆਂ ਨੇ ਮੁਕਾਬਲਾ ਕੀਤਾ। ਜੈਪਾਲ ਬਠਿੰਡੇ ਵਾਲਾ ਰਾਜਾ ਮੁਕਾਬਲਾ ਕਰਦਾ ਰਿਹਾ, ਪਰ ਜਦੋਂ ਉਹ ਹਾਰ ਗਿਆ ਮਹਿਮੂਦ ਗਜਨਬੀ ਸੋਮਨਾਥ ਦੇ ਮੰਦਿਰ ਤੱਕ ਪਹੁੰਚ ਗਿਆ। ਸੋਮਨਾਥ ਦਾ ਮੰਦਿਰ ਹੈ ਜਿਹੜਾ, ਇਹ ਇਤਿਹਾਸ ਦੇ ਅੰਦਰ ਆਉਂਦਾ। ਮਹਿਮੂਦ ਗਜਨਬੀ ਦੇ ਨਾਲ ਸਿਰਫ 5000 ਫੌਜ ਦੀ ਗਿਣਤੀ ਸੀ, ਪਰ ਉਸ ਮੰਦਿਰ ਦੇ ਨਾਂ ਤੇ 30,000 ਪਿੰਡ ਸੀ। 30,000 ਪਿੰਡਾਂ ਦੇ ਲੋਕ ਮਿਲ ਕੇ ਵੀ 5,000 ਦੀ ਧਾੜਵੀਆਂ ਨੂੰ ਰੋਕ ਨਹੀਂ ਪਾਏ। ਜਦੋਂ ਪੰਜਾਬ ਦਾ ਪੁੱਤਰ ਹਾਰ ਗਿਆ ਉਦੋਂ ਇਹ ਹੋਇਆ। ਜਦੋਂ ਇੱਥੇ ਪੋਰਸ ਆਇਆ, ਸਿਕੰਦਰ ਆਇਆ, ਸਿਕੰਦਰ ਦਾ ਮੁਕਾਬਲਾ ਪੋਰਸ ਦੇ ਨਾਲ ਹੋਇਆ। ਪੋਰਸ ਇਸ ਕਰਕੇ ਨਹੀਂ ਹਾਰਿਆ ਕਿ ਉਹ ਬਹਾਦਰ ਨਹੀਂ ਸੀ, ਪੋਰਸ ਇਸ ਕਰਕੇ ਹਾਰਿਆ ਕਿ ਪੋਰਸ ਦੀ ਮੁੱਖ ਤਾਕਤ ਆ ਜਿਹੜੀ, ਉਹ ਤਾਕਤ ਸੀਗੀ ਉਹ ਕਮਾਨਾਂ ਨੂੰ ਜ਼ਮੀਨ ਦੇ ਅੰਦਰ ਗੱਡ ਕੇ ਤੀਰ ਚਲਾਉਂਦਾ ਸੀ। ਪਰ ਮੀਂਹ ਪੈ ਗਿਆ, ਕਮਾਨਾਂ ਗੱਡੀਆਂ ਨਹੀਂ ਜਾ ਸਕੀਆਂ, ਕਮਾਨਾਂ ਗੱਡੀਆਂ ਨਹੀਂ ਜਾ ਸਕੀਆਂ, ਤੇ ਜਿਹੜੇ ਘੋੜੇ ਸੀ ਉਹ ਕਵਰ ਕਰ ਗਿਆ ਉਹਨਾਂ ਨੂੰ ਸਿਕੰਦਰ ਦੇ। ਹੁਣ ਸਿਕੰਦਰ ਜਿੱਤ ਤੇ ਗਿਆ ਪੋਰਸ ਨੂੰ, ਪਰ ਜਿਹੜਾ ਸਿਕੰਦਰ ਮਕਦੂਨੀਆ ਤੋਂ ਪੂਰੇ ਸੰਸਾਰ ਨੂੰ ਜਿੱਤਣ ਲਈ ਨਿਕਲਿਆ ਸੀ, ਉਸ ਸਿਕੰਦਰ ਨੇ ਪੰਜਾਬ ਦੇ ਚੱਪੇ ਚੱਪੇ ਦੇ ਉੱਤੇ ਲੜਾਈਆਂ ਦਾ ਸਾਹਮਣਾ ਕੀਤਾ। ਬਿਆਸ ਦਰਿਆ ਉਹ ਟੱਪ ਨਹੀਂ ਪਾਇਆ। ਪੰਜਾਬ ਦੇ ਬਹਾਦਰ ਲੋਕਾਂ ਨੇ ਤਾਂ ਮੂੰਹ ਮੋੜ ਦਿੱਤਾ ਤੇ ਮਕਦੂਨੀਆ ਵਾਪਸ ਵੀ ਨਹੀਂ ਪਹੁੰਚ ਪਾਇਆ ਸਿਕੰਦਰ। ਉਹਦੀ ਇਸੀ ਗੱਲ ਦੀ ਨਮੋਸ਼ੀ ਨਾਲ ਕਿ ਪੰਜਾਬ ਦੇ ਲੋਕਾਂ ਨੇ ਮੇਰਾ ਮੂੰਹ ਤੋੜ ਜਵਾਬ ਦਿੱਤਾ, ਉਹ ਪਿੱਛੇ ਮੁੜ ਗਿਆ। ਇਹ ਪੰਜਾਬ ਦੇ ਬਹਾਦਰ ਲੋਕਾਂ ਦੀ ਕਹਾਣੀ ਸੀ। ਹੁਣ ਹਮਲੇ ਹਿੰਦੁਸਤਾਨ ਤੇ ਇੰਨੇ ਜ਼ਿਆਦਾ ਹੋਏ ਮਹਿਮੂਦ ਗਜਨਬੀ ਤੇ ਮੁਹੰਮਦ ਗੌਰੀ ਦੇ। ਮੁਹੰਮਦ ਗੌਰੀ ਦੇ ਹਮਲਿਆਂ ਦੇ ਦੌਰਾਨ ਹਿੰਦੁਸਤਾਨ ਦੇ ਹਾਲਾਤ ਇਹੋ ਜਿਹਾ ਹੋ ਗਏ ਸੀ ਕਿ ਇੱਥੇ ਦੇ ਲੋਕਾਂ ਨੇ ਆਪਣੇ ਆਪ ਨੂੰ ਭਾਣੇ ਤੇ ਛੱਡ ਦਿੱਤਾ ਕਿ ਜੋ ਕਰਦਾ ਉਹ ਪਰਮਾਤਮਾ ਕਰਦਾ, ਪਰਮਾਤਮਾ ਸਾਨੂੰ ਕਦੀ ਆ ਕੇ ਬਚਾ ਲੇਗਾ। ਔਰ ਹਾਲਾਤ ਇਹ ਬਣ ਗਏ ਕਿ ਇਹ ਹਿੰਦੁਸਤਾਨ ਉਹੋ ਜਿਹਾ ਬਣ ਗਿਆ ਜਿਸ ਘਰ ਦਾ ਰਾਖਾ ਕਮਜ਼ੋਰ ਹੋਵੇ ਤੇ ਬੂਹੇ ਤੇ ਬਾਰੀਆਂ ਹੋਣ। ਇਹ ਹਾਲਾਤ ਹਿੰਦੁਸਤਾਨ ਦੇ ਬਣ ਗਏ। ਹੁਣ ਇੱਥੇ ਹਾਲਾਤਾਂ ਨੇ ਤਬਦੀਲੀ ਖਾਧੀ। ਤੈਮੂਰ ਆਇਆ, ਤੈਮੂਰ ਨੇ ਕਤਲ ਕੀਤੇ। ਬਾਬਰ ਆਇਆ। ਉਸ ਸਮੇਂ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋ ਚੁੱਕਿਆ ਸੀ। सर इकबाल लिखते ने, फिर उठी सदा तौहीद की पंजाब से, हिंद को एक मर्द कामल ने जगाया ख्वाब से। धन धन गुरु नानक सच्चे पातशाह जी ने हिंदुस्तान के लोगों को एक सुपने चो उठा दिता। हुण गुरु नानक सच्चे पातशाह जी जिहड़े उन्होंने दो पक्षी लड़ाई लड़ी। दो इत्थे कम्यूनिटीज़ ने, एक कम्यूनिटी दूजे नूं मलेश कहती है, एक कम्यूनिटी दूजे नूं काफर कहती है। उन्हां दा टकराया आपस दे विच। पर गुरु नानक सच्चे पातशाह जी ने जदों अपना प्रचार दा आगाज़ किया, सुल्तानपुर की धरती ते पहला कफन बन्निया अपने सिर ते। कफन बन के ये नारा लाया कि ना कोई हिंदू ना कोई मुसलमान। ये बड़ी वड्डी गल सी कि मुसलमानां दे राज हुंदियां होयां ये मन्नण तो इनकार कर देना है कि कोई मुसलमान सच्चा मुसलमान नहीं है। बड़ी वड्डी गल सी। पर इत्थे हिंदुस्तान दे लोकां नूं गुरु नानक सच्चे पातशाह जी आगाह करते रहे कि तुसी क्योंकि हथियार छड्ड चुके हो, तुसी वड्डी मुसीबत च पै जाना। होया भी ओही। बाबर आया। एमनाबाद दे अंदर हिंदुस्तान दियां औरतां नूं जदों बेपत कर रहे सी बाबर दे सिपाही, ते उदों सिर्फ 3 सी उत्थे जिहड़े हिंदुस्तान दी इज्जत नूं ढक रहे सी। बेपर्दा की हुई हिंदुस्तान दी औरतों गुरु नानक सच्चे पातशाह जी, मरदाना जी ते भाई लालो जी। भाई लालो जी वो शख्सियत ने जिन्होंने संबोधन करके गुरु नानक सच्चे पातशाह जी ने बाणी भी उचारी है। बाणी दे विच दर्द है, पाप की जंज लै काबलों ताया, जोरी मंगे दान वे लालो। इत्थे गुरु नानक सच्चे पातशाह जी सच बोलण दे बदले जेल दे विच बंद होए। शुरू विच आपां गल कीती सी, पहला शरीरक गुलामी आई, राजनीतिक गुलामी तुहाडे कोलों जिहड़ी आज़ादी सी वो खुस गई। फिर हिंदुस्तान के लोगों ते मार ही नहीं पई, मानसिक गुलामी भी आ गई। हुण जदों लोगों नूं जगाउणा है तो उदों पहलां मानसिक गुलामी कढनी है। मानसिक गुलामी फिर कढ़ी गुरु नानक सच्चे पातशाह जी ने चक्की पीस के। जदों बाबर की जेल दे विच सतगुर ने चक्की पीसी, उदों फिर चक्की दे अंदर कल्ले दाने नहीं पीस दिते, हिंदुस्तान के लोगों के मनां विच बैठे हुए डर नूं भी धन धन गुरु नानक सच्चे पातशाह जी ने उसी चक्की दे अंदर पीस दिता है। इत्थे पहली वारी किसी मर्दे कामिल ने किसी बाबर नूं जाबर किया, राजेशी मुकद्दम कुत्ते। ये तुसी दुनिया दे जिन्ने मर्जी धार्मिक ग्रंथां दा अध्ययन कर लो, उन्होंने समाजिक स्ट्रक्चर के खिलाफ तो बोलिया,
ਉਹਨਾਂ ਨੇ ਰਾਜਨੀਤਿਕ ਸ਼ਕਤੀ ਦੇ ਖਿਲਾਫ ਕੁਝ ਨਹੀਂ ਬੋਲਿਆ। ਪਰ ਇੱਕੋ ਇੱਕ ਮਰਦੇ ਕਾਮਲ ਸਤਿਗੁਰ ਨਾਨਕ ਸਾਹਿਬ ਨੇ ਮੌਕੇ ਦੇ ਰਾਜਿਆਂ ਦੇ ਮੂੰਹ ਦੇ ਉੱਤੇ ਸੱਚ ਦਾ ਥਪੇੜਾ ਮਾਰਿਆ ਕਿ ਸੱਚ ਆਇਆ, ਤੁਸੀਂ ਜ਼ਾਲਮ ਹੋ। ਹੁਣ ਇੱਥੇ ਬਾਬਰ ਦੇ ਆਗਮਨ ਤੋਂ ਬਾਅਦ ਇੱਕ ਕੌਮ ਪੈਦਾ ਕਰ ਦਿੱਤੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਨਿਰਮਲ ਪੰਥ ਦੀ ਮਰਦ ਕਾਮਲ ਮਰਦ ਨੇ ਇੱਕ ਨੀਂਹ ਰੱਖ ਦਿੱਤੀ। ਹੁਣ ਇਹ ਸੀ ਹਿੰਦੁਸਤਾਨ ਦੀ ਜਿਹੜੀ ਮਾਨਸਿਕ ਗੁਲਾਮੀ ਪਹਿਲਾਂ ਤੋੜਨੀ ਸੀ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੋੜ ਦਿੱਤੀ। ਉਸ ਤੋਂ ਬਾਅਦ ਜਿਹੜਾ ਦੂਜਾ ਸਟੈਪ ਹੁੰਦਾ, ਉਹ ਹੁੰਦਾ ਕਿਸੇ ਕੌਮ ਨੂੰ ਮਿਲਟਰਲੀ ਸਟਰੋਂਗ ਕਰਨਾ, ਮਿਲਟਰਲੀ ਤਕੜੇ ਕਰਨਾ। ਦੂਜਾ ਸਟੈਪ ਜੇ ਤੁਸੀਂ ਦੇਖੋ, ਗੁਰੂ ਨਾਨਕ ਸਾਹਿਬ ਦੀ ਦੂਜੀ ਜੋਤ ਗੁਰੂ ਅੰਗਦ ਪਾਤਸ਼ਾਹ ਜੀ, ਉਹਨਾਂ ਨੇ ਖਡੂਰ ਸਾਹਿਬ ਦੇ ਅੰਦਰ ਬੱਚਿਆਂ ਦੀਆਂ ਖੇਲਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਜਦੋਂ ਹਮਾਯੂ ਸੱਸਾ ਰਾਮ ਦੇ ਬਾਦਸ਼ਾਹ ਸ਼ੇਰ ਸ਼ਾਹ ਦੇ ਕੋਲੋਂ ਹਾਰ ਕੇ ਭੱਜਿਆ ਜਾ ਰਿਹਾ ਸੀ, ਤੇ ਉਹਨੂੰ ਲੱਗਿਆ ਕਿ ਜਾਂਦੇ ਜਾਂਦੇ ਗੁਰੂ ਨਾਨਕ ਦੇ ਘਰ ਦਾ ਆਸ਼ੀਰਵਾਦ ਪ੍ਰਾਪਤ ਕਰ ਲਈਏ, ਕਿਉਂਕਿ ਬਾਬਰ ਮੇਰੇ ਪਿਓ ਨੇ ਵੀ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਹੁਣ ਇੱਥੇ ਜਦੋਂ ਉਹ ਜਾਂਦਾ ਤੇ ਇੱਕ ਪਲ ਲਈ ਉਹ ਦੇਖਦਾ ਕਿ ਪਾਤਸ਼ਾਹ ਜੀ ਬੱਚਿਆਂ ਦੀਆਂ ਖੇਲਾਂ 'ਚ ਮਸਰੂਫ ਨੇ, ਧਿਆਨ ਨਹੀਂ ਦਿੰਦੇ ਗੁਰੂ ਅੰਗਦ ਪਾਤਸ਼ਾਹ ਜੀ। ਕਿਰਪਾਨ ਕੱਢ ਲੈਂਦਾ ਤੇ ਪਾਤਸ਼ਾਹ ਜੀ ਇੱਕ ਸਵਾਲ ਕਰਦੇ ਆ ਹਮਾਯੂ ਨੂੰ, ਹਮਾਯੂ ਜਿੱਥੇ ਮੈਦਾਨੇ ਜੰਗ ਦੇ ਅੰਦਰ ਤੂੰ ਤਲਵਾਰ ਕੱਢਣੀ ਸੀ, ਉੱਥੇ ਤੇ ਪਿੱਠ ਦਬਾ ਕੇ ਦੌੜਿਆ। ਅੱਜ ਇੱਥੇ ਫਕੀਰਾਂ ਦੇ ਤਲਵਾਰ ਕੱਢਦੇ ਤੈਨੂੰ ਸ਼ਰਮ ਨਹੀਂ ਆਉਂਦੀ? ਸ਼ਰਮ ਨਾਲ ਸਿਰ ਝੁਕ ਗਿਆ। ਇਹ ਦੂਜਾ ਜੋਤ ਦਾ, ਗੁਰੂ ਨਾਨਕ ਦੀ ਦੂਜੀ ਜੋਤ ਦਾ ਇਨਕਲਾਬ ਸੀਗਾ। ਪਹਿਲਾਂ ਬਾਬਰ ਦੇ ਮੂੰਹ ਤੇ ਥਪੇੜਾ ਮਾਰਿਆ, ਦੂਜਾ ਫਿਰ ਹਮਾਯੂ ਦੇ ਮਾਰ ਦਿੱਤਾ। ਹੁਣ ਤੀਜੀ ਜੋਤ, ਜਦੋਂ ਤੁਸੀਂ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਸੀਂ ਗੋਇੰਦਵਾਲ ਸਾਹਿਬ ਜਾਂਦੇ ਹੋ, ਉੱਥੇ ਗੁਰਦੁਆਰਾ ਸਾਹਿਬ ਆ ਮੱਲ ਅਖਾੜਾ। ਮੱਲ ਅਖਾੜਾ ਸਾਹਿਬ ਦੇ ਉੱਤੇ ਉਹ ਨਿਰਮਲ ਪੰਥ ਦੇ ਯੋਧਿਆਂ ਦੀ ਪਾਤਸ਼ਾਹ ਜੀ ਕੁਸ਼ਤੀਆਂ ਕਰਾਉਂਦੇ ਸੀ। 22 ਮੰਜੀਆਂ ਸਥਾਪਿਤ ਕਰ ਦਿੱਤੀਆਂ। ਜਦੋਂ ਤੁਸੀਂ ਇਹਨੂੰ ਡੀਪਲੀ ਸਟੱਡੀ ਕਰਦੇ ਹੋ, ਇਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਹਥਿਆਰ ਆ ਗਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਵਿਆਹ ਆ, ਉਹ ਫਲੌਰ ਦੇ ਲਾਗੇ ਇੱਕ ਪਿੰਡ 'ਚ ਹੋਇਆ। ਮੌ ਸਾਹਿਬ ਉਸ ਪਿੰਡ ਦਾ ਨਾਂ ਆ। ਮਾਤਾ ਗੰਗਾ ਜੀ ਨੂੰ ਉੱਥੇ ਵਿਆਹੁਣ ਆਏ। ਜਦੋਂ ਵਿਆਹੁਣ ਆਏ ਨੇ ਤੇ ਪਿੰਡ ਦੇ ਲੋਕਾਂ ਨੇ ਪਾਤਸ਼ਾਹ ਜੀ ਨੂੰ ਇੱਕ ਸੁਨੇਹਾ ਲਾਇਆ ਕਿ ਸਾਡੇ ਪਿੰਡ ਬਰਾਤ ਰੱਜੀ ਪੁੱਜੀ ਲੈ ਕੇ ਆਇਓ। ਤੇ ਹੁਣ ਰੱਜੀ ਪੁੱਜੀ ਬਰਾਤ ਦਾ ਮਤਲਬ ਦੁਨਿਆਵੀ ਲੋਕਾਂ ਦੀ ਬੋਲੀ ਵਿੱਚ ਬਣਦਾ ਹੈ ਕਿ ਉਹ ਬਰਾਤ ਹੋਵੇ ਜਿਹਦੇ ਵਸਤਰ ਵੀ ਸੋਹਣੇ ਹੋਣ, ਸਿਰ ਤੇ ਦਸਤਾਰਾਂ ਵੀ ਸੋਹਣੀਆਂ ਹੋਣ, ਜੇਬ 'ਚ 4 ਧੇਲੇ ਵੀ ਹੋਣ। ਪਰ ਗੁਰੂ ਘਰ ਦੇ ਵਿੱਚ ਰੱਜੀ ਪੁੱਜੀ ਬਰਾਤ ਦਾ ਮਤਲਬ ਬਣਦਾ ਹੈ ਜਿਹੜੇ ਲੋਕ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਹੁੰਚੇ ਹੋਣ, ਜਿਹੜੇ ਬ੍ਰਹਮ ਦਾ ਗਿਆਨ ਰੱਖਦੇ ਹੋਣ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਰਾਤ ਤੇ ਬਰਾਤੀ ਕਿਹੜੇ ਕਿਹੜੇ ਨੇ? ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਔਧੂ ਜੀ, ਬਾਬਾ ਸੰਗ ਜੀ। ਹੁਣ ਪਿੰਡ ਦੇ ਲੋਕਾਂ ਨੇ ਦੇਖਿਆ ਵੀ ਬਰਾਤ ਤੇ ਸਾਧਾਂ ਦੀ ਆ ਗਈ ਆ, ਫਕੀਰਾਂ ਦੀ ਬਰਾਤ ਆ ਗਈ ਹੈ। ਉਦੋਂ ਕਿਉਂਕਿ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੁੰਦੀ ਸੀ, ਪਿੰਡ ਦੇ ਲੋਕਾਂ ਨੇ ਫੈਸਲਾ ਲਿਆ ਕਿ ਲੜਕੀ ਨਹੀਂ ਤੋਰਨੀ, ਮਾਤਾ ਗੰਗਾ ਜੀ ਦਾ ਵਿਆਹ ਨਹੀਂ ਕਰਨਾ ਗੁਰੂ ਅਰਜਨ ਪਾਤਸ਼ਾਹ। ਪਰ ਜਵਾਬ ਦੇਣ ਨੂੰ ਤਰੀਕਾ ਵੀ ਚਾਹੀਦਾ। ਉਹਨਾਂ ਨੇ ਤਰੀਕਾ ਇਹ ਕੱਢਿਆ ਕਿ ਇੱਕ ਦਰਖਤ ਛੋਟਾ ਜਿਹਾ, ਇੱਕ ਪੇੜ ਨੂੰ ਉੱਪਰੋਂ ਕੱਟ ਦਿੱਤਾ ਤੇ ਇਹ ਕਹਿ ਦਿੱਤਾ ਕਿ ਸਾਡੇ ਪਿੰਡ ਰਿਵਾਜ ਹੈ, ਅਸੀਂ ਆਪਣੀ ਲੜਕੀ ਉਸ ਲੜਕੇ ਨਾਲ ਤੋੜਦੇ ਹਾਂ, ਉਸ ਲਾੜੇ ਨਾਲ ਤੋੜਦੇ ਹਾਂ ਜਿਹੜਾ ਕੀਲਾ ਪੁੱਟ ਕੇ ਦਿਖਾ ਦੇਵੇ। ਪਾਤਸ਼ਾਹ ਜੀ ਨੇ ਇਸ਼ਾਰਾ ਵੀ ਕੀਤਾ ਕਿ ਸਾਡੇ ਕੋਲੋਂ ਆਪਣੀਆਂ ਜੜ੍ਹਾਂ ਲਗਵਾ ਲਓ, ਜੜ੍ਹਾਂ ਪਟਵਾਓ ਨਾ। ਪਰ ਜਦੋਂ ਨਹੀਂ ਮੰਨੇ, ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ, ਨੇਜੇ ਦੇ ਨਾਲ ਉਹ ਕੀਲਾ ਪੁੱਟ ਕੇ ਉਸ ਛੋਟੇ ਜਿਹੇ ਦਰਖਤ ਦੀਆਂ ਜੜ੍ਹਾਂ ਉੱਪਰ ਨੂੰ ਕਰ ਦਿੱਤੀਆਂ। ਇਹ ਸਾਬਿਤ ਕਰਦਾ ਕਿ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਜਿਹੜੇ ਹਥਿਆਰ ਨੇ ਉਹ ਗੁਰੂ ਘਰ 'ਚ ਆ ਚੁੱਕੇ ਸੀ। ਇੱਥੇ ਉਹਨਾਂ ਦੇ ਘੋੜਾ ਜਿਹੜਾ ਉਹਦਾ ਤਿੱਗ ਟੁੱਟ ਗਿਆ ਤੇ ਘੋੜਾ ਸ਼ਹੀਦ ਵੀ ਹੋਇਆ। ਲਾਗੇ ਇੱਕ ਜਗ੍ਹਾ ਬਣੀ ਹੋਈ ਮੌਤ ਸਾਹਿਬ ਖਵਾਜਾ ਰੋਸ਼ਨ ਬਲੀ ਦੀ, ਉਸ ਰੋਸ਼ਨ ਬਲੀ ਨੇ ਆਪਣਾ ਘੋੜਾ ਆਫਰ ਕਰਕੇ ਦਿੱਤਾ ਸੀ ਗੁਰੂ ਪਾਤਸ਼ਾਹ ਜੀ ਕਿ ਤੁਸੀਂ, ਤੁਹਾਡਾ ਘੋੜਾ ਕਿਉਂਕਿ ਸ਼ਹੀਦ ਹੋ ਗਿਆ, ਸਾਡੇ ਵਾਲਾ ਘੋੜਾ ਲੈ ਲਓ। ਇਹਦਾ ਮੇਰੇ ਦੱਸਣ ਦਾ ਮਤਲਬ ਕਿ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਹਥਿਆਰ ਗੁਰੂ ਘਰ 'ਚ ਆ ਚੁੱਕੇ ਨੇ। ਹੁਣ
ਗੁਰੂ ਨਾਨਕ ਦੀ 6ਵੀਂ ਜੋਤ। ਇਹਨਾਂ ਨੇ ਫਿਰ ਫੌਜ ਭਰਤੀ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਉਹ ਬਕਾਇਦਾ ਜੰਗਾਂ ਕੀਤੀਆਂ। ਅਸੀਂ ਇੱਥੇ ਜ਼ਿਕਰ ਕਰਾਂਗੇ ਜਿਹੜੀ ਜੰਗ ਅੰਮ੍ਰਿਤਸਰ ਦੀ ਹੋਈ ਮੁਖਲਿਸ ਖਾਨ ਦੇ ਨਾਲ। ਉਸ ਜੰਗ ਦੇ ਅੰਦਰ ਗੁਮਟਾਲੇ ਦੀ ਰੱਖ ਦੇ ਅੰਦਰ ਕੁਝ ਸਿੱਖ ਸ਼ਿਕਾਰ ਖੇਲ ਰਹੇ ਨੇ ਤੇ ਲਾਹੌਰ ਦੇ ਸਿਪਾਹੀ ਵੀ ਸ਼ਿਕਾਰ ਖੇਲ ਰਹੇ ਆ। ਜਿਹੜਾ ਲਾਹੌਰ ਦੇ ਸਿਪਾਹੀਆਂ ਦਾ ਬਾਜ ਸੀ ਉਹ ਗੁਰੂ ਦੇ ਸਿੱਖਾਂ ਕੋਲ ਆ ਗਿਆ, ਉਹਨਾਂ ਨੇ ਫੜ ਲਿਆ। ਉਹਨਾਂ ਨੇ ਧੌਂਸ ਦੇ ਕੇ ਬਾਜ ਵਾਪਸ ਲੈਣਾ ਚਾਹਿਆ, ਪਰ ਬਾਜ ਦਿੱਤਾ ਨਹੀਂ ਸਿੱਖਾਂ ਨੇ, ਕਿਉਂਕਿ ਉਦੋਂ ਸ਼ਿਕਾਰੀਆਂ ਦਾ ਰਿਵਾਜ ਸੀ ਇੱਕ ਸ਼ਿਕਾਰੀ ਦਾ ਬਾਜ ਜੇ ਦੂਜੇ ਸ਼ਿਕਾਰੀ ਕੋਲ ਚਲ ਜਾਵੇ ਉਹ ਵਾਪਸ ਨਹੀਂ ਸੀ ਕਰਦਾ। ਪਰ ਉਹਨਾਂ ਨੇ ਹਕੂਮਤ ਦੇ ਨਸ਼ੇ ਦੇ ਵਿੱਚ ਜਦੋਂ ਧੌਂਸ ਮਾਰੀ ਤੇ ਗੁਰੂ ਦੇ ਸਿੱਖਾਂ ਨੇ ਜਿਹੜੇ ਮੁਗਲ ਸਿਪਾਹੀ ਸੀ ਉਹ ਕੁੱਟ ਕੱਢੇ। ਹੁਣ ਉਹ ਜਾ ਕੇ ਜਿਹੜੀ ਸ਼ਿਕਾਇਤ ਕਰਦੇ ਨੇ ਮੁਖਲਿਸ ਖਾਨ ਦੇ ਕੋਲ, ਉਹ ਸ਼ਬਦ ਜਿਹੜੇ ਧਿਆਨ ਦੇਣ ਵਾਲੀ ਗੱਲ ਹੈ। ਉਹ ਕਹਿੰਦੇ ਨੇ ਅੱਜ ਸਿੱਖਾਂ ਨੇ ਬਾਜ ਨੂੰ ਹੱਥ ਪਾਇਆ, ਕੱਲ੍ਹ ਇਹ ਤਾਜ ਨੂੰ ਹੱਥ ਪਾਉਣਗੇ, ਇਸ ਕਰਕੇ ਇਹਨਾਂ ਨੂੰ ਦਬਾਉਣਾ ਬੜਾ ਜ਼ਰੂਰੀ ਹੈ। ਹੁਣ ਮੁਖਲਿਸ ਖਾਨ ਜਦੋਂ ਚੜ੍ਹਾਈ ਕਰਦਾ ਹੈ ਉਹਦਾ ਸਿਰ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਵੱਢਿਆ। ਤੇ ਪਾਤਸ਼ਾਹ ਜੀ ਦਾ ਉੱਥੇ ਸੂਰਜ ਪ੍ਰਕਾਸ਼ 'ਚ ਇੱਕ ਬੜਾ ਪਿਆਰਾ ਬਚਨ ਲਿਖਦਾ ਹੈ ਕਵੀ ਸੰਤੋਖ ਸਿੰਘ। ਉਹ ਲਿਖਦਾ ਹੈ ਕਿ ਪਾਤਸ਼ਾਹ ਜੀ ਫਰਮਾ ਰਹੇ ਨੇ, ਤਾਜ ਬਾਜ ਤੁਮਰੇ ਸਭ ਲੀਨੇ ਇਨ ਸਿੱਖਨ ਕੋ ਅਬ ਹੈ ਦੇਨੇ, ਕਿ ਹੁਣ ਤੁਹਾਡੇ ਤਾਜ ਤੇ ਬਾਜ ਲੈ ਕੇ ਸਾਰੇ ਹੀ ਸਿੱਖਾਂ ਨੂੰ ਦੇ ਦੇਣੇ ਨੇ। ਮਤਲਬ ਜਿਹੜੀ ਰਾਜ ਕਰਨ ਦੀ ਭਾਵਨਾ ਸੀ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ, ਉਹ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜਾ ਆਰੰਭ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਉਹ ਫਿਰ ਸਿਖਰਾਂ ਤੇ ਚੱਲਿਆ ਗਿਆ। 4 ਲੜਾਈਆਂ ਲੜ ਕੇ 4 ਦੀਆਂ 4 ਲੜਾਈਆਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੇ ਜਿੱਤੀਆਂ। ਹੁਣ ਇਹ ਤੋਂ ਬਾਅਦ ਗੁਰੂ ਘਰ ਦੇ ਵਿੱਚ ਫੌਜ ਰੱਖਣ ਦਾ ਜਿਹੜਾ ਰਿਵਾਜ ਸੀ, ਜਿਹੜਾ ਪਿੱਤ ਸੀ, ਉਹ ਪੈ ਗਈ। ਕਿਉਂ ਇਹ ਹੁਕਮ ਜਿਹੜਾ ਫੌਜ ਰੱਖਣ ਦਾ ਗੁਰੂ ਅਰਜਨ ਦੇਵ ਜੀ ਹਰਗੋਬਿੰਦ ਸਾਹਿਬ ਨੂੰ ਕਰਕੇ ਗਏ ਸੀ ਕਿ ਵੀ ਅਗਰ ਸ਼ਹੀਦੀ ਤੋਂ ਪਹਿਲਾਂ ਜਦੋਂ ਲਾਹੌਰ ਨੂੰ ਗਏ ਨੇ ਉਦੋਂ ਇਹ ਹੁਕਮ ਕਰਕੇ ਗਏ ਨੇ ਕਿ ਅਗਰ ਮੁਗਲਾਂ ਨੇ ਸੁਧਾਰ ਨਾ ਕੀਤਾ ਤੇ ਹੁਣ ਤੁਸੀਂ ਫੌਜਾਂ ਰੱਖਣੀਆਂ ਨੇ, ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ। ਹੁਣ ਗੁਰੂ ਹਰਰਾਏ ਸਾਹਿਬ ਨੂੰ ਵੀ ਇਹੀ ਹੁਕਮ ਕੀਤਾ, ਜਿਹੜਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਦਾ ਬਾਬਾ ਗੁਰਦਿੱਤਾ ਜੀ ਦਾ ਬੇਟਾ ਹੈ, ਕਿ ਤੁਸੀਂ 2200 ਫੌਜ ਆਪਣੇ ਨਾਲ ਰੱਖਣੀ ਹੈ। ਜਦੋਂ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹੋ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਗੁਰੂ ਹਰਰਾਏ ਸਾਹਿਬ ਦਾ ਸਮਾਂ ਸ਼ਾਂਤੀਪੂਰਨ ਸਮਾਂ ਸੀ, ਪਰ ਅਸਲ ਦੇ ਵਿੱਚ ਉਹਨਾਂ ਲੋਕਾਂ ਨੇ ਇਤਿਹਾਸ ਨੂੰ ਪੜ੍ਹਿਆ ਹੀ ਨਹੀਂ। ਪਾਤਸ਼ਾਹ ਜੀ ਦੇ ਉੱਤੇ ਪਹਿਲਾ ਹਮਲਾ ਜ਼ਾਲਮ ਖਾਨ ਨੂੰ ਭੇਜ ਕੇ ਕਰਵਾਇਆ, ਪਰ ਜਦੋਂ ਕੁਰੂਕਸ਼ੇਤਰ ਪਹੁੰਚਿਆ ਇੱਥੇ ਆ ਕੇ ਉਹਨੇ ਕੱਚਾ ਮਾਸ ਖਾ ਲਿਆ, ਪੇਚ ਛੋ ਕੇ ਤੇ ਉਹ ਮਰ ਗਿਆ। ਦੂਜਾ ਹਮਲਾ ਦਰੂਦੇ ਖਾਨ ਨੂੰ ਕਰਨ ਭੇਜਿਆ, ਉਸ ਹਮਲੇ ਦੇ ਵਿੱਚ ਉਹ ਆਪਣੇ ਸਿਪਾਹੀਆਂ ਦੇ ਹੱਥੋਂ ਮਾਰਿਆ ਗਿਆ। ਤੀਜਾ ਹਮਲਾ ਜਿਹੜਾ ਨਾਹਰ ਖਾਨ ਨੂੰ ਕਰਨ ਭੇਜਿਆ, ਉਹ ਜਿਹੜਾ ਧੁਰ ਨਹੀਂ ਪਹੁੰਚ ਪਾਇਆ, ਬਿਮਾਰੀ ਫੈਲ ਗਈ। ਤੇ ਅਗਲੀ ਵਾਰੀ ਜਦੋਂ ਪਾਤਸ਼ਾਹ ਜੀ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ 3.5 ਸਾਲ ਦੇ ਨੇ, ਨਾਲ ਲੈ ਕੇ ਖਡੂਰ ਸਾਹਿਬ, ਗੋਇੰਦਵਾਲ ਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੇ ਨਾ, ਫਗਵਾੜੇ ਦੇ ਲਾਗੇ ਪਲਾਹੀ ਪਿੰਡ ਦੇ ਵਿੱਚ ਮੁਗਲ ਸਿਪਾਹੀ ਹਮਲਾ ਕਰਦੇ ਨੇ। ਇਹ ਹਯਾਤ ਖਾਨ ਹਮਲਾ ਕਰਦਾ। ਹਯਾਤ ਖਾਨ ਹੈ ਜਿਹੜਾ, ਇਹ ਉਸੇ ਹੀ ਮੁਖਲਿਸ ਖਾਨ ਦਾ ਪੁੱਤ ਹੈ ਜਿਹਦਾ ਸਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੱਢਿਆ ਸੀ। ਹੁਣ ਇੱਥੇ ਗੁਰੂ ਦਾ ਇੱਕ ਸਿੱਖ ਕੈਥਲ ਦਾ ਭਾਈ ਗੋਰਾ, ਭਾਈ ਭਗਤੇ ਦਾ ਪੋਤਾ, ਉਹ ਕਹਿੰਦਾ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਮੇਰੇ ਸਿਰ ਤੇ ਹੱਥ ਰੱਖੋ, ਮੈਂ ਇਸ ਹਯਾਤ ਖਾਨ ਨੂੰ ਬੰਨੇ ਲਾ ਦਿਆਂਗਾ। ਪਾਤਸ਼ਾਹ ਜੀ ਨੂੰ ਅੱਗੇ ਭੇਜ ਕੇ ਭਾਈ ਗੋਰਾ ਉਸ ਲੜਾਈ ਨੂੰ ਜਿੱਤਦੇ ਨੇ। ਇਸੇ ਪਰਿਵਾਰ ਦੇ ਕੋਲ ਰਹਿ ਕੇ ਮਹਾਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਆਪਣਾ ਗ੍ਰੰਥ ਹੈ ਉਹ ਪੂਰਾ ਕੀਤਾ ਸੀ। ਹੁਣ ਇਹ ਜਦੋਂ ਅਗਲਾ ਸਮਾਂ ਆਉਂਦਾ ਹੈ ਤੇ ਹੁਣ ਇੱਥੇ ਮੁਗਲ ਹਕੂਮਤ ਜਿਹੜੀ ਹੈ ਉਹ ਆਕੀ ਹੁੰਦੀ ਹੈ, ਹਿੰਦੂਆਂ ਤੇ ਜ਼ੁਲਮ ਕਰਦੀ ਹੈ। ਦੁਨੀਆ ਦੇ ਅੰਦਰ ਇੱਕੋ ਹੀ ਇੱਕ ਵਿਲੱਖਣ ਸ਼ਹਾਦਤ ਆ ਜਿਹੜੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ, ਆਪਣੇ ਧਰਮ ਲਈ ਨਹੀਂ ਦਿੱਤੀ, ਦੂਜਿਆਂ ਦਾ ਧਰਮ ਬਚਾਉਣ ਲਈ। ਤੇ ਦੁਨੀਆ ਦੇ ਅੰਦਰ ਕੋਈ ਹੋਰ ਐਗਜ਼ਾਮਪਲ ਹੀ ਨਹੀਂ ਮਿਲਦੀ ਕਿ ਕਿਸੇ ਧਾਰਮਿਕ ਸ਼ਖਸੀਅਤ ਨੇ ਆਪਣੀ ਸ਼ਖਸੀਅਤ ਦੂਜਿਆਂ ਦਾ ਧਰਮ ਬਚਾਉਣ ਲਈ ਦਿੱਤੀ ਹੋਵੇ। ਇਹ ਸਿਰਫ ਇੱਕੋ ਹੀ ਇੱਕ ਐਗਜ਼ਾਮਪਲ ਆ। ਹੁਣ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਰੰਭਕ ਜੀਵਨ ਦੇਖਦੇ ਹੋ, ਪਹਿਲਾ ਜੀਵਨ ਉਹਨਾਂ ਦਾ ਤਿਆਗੀ ਦਾ ਜੀਵਨ ਹੈ, ਕਿਉਂਕਿ 4 ਸਾਲ ਦੀ ਉਮਰ ਦੇ ਵਿੱਚ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੇ ਤੇ ਆਪਣੇ ਵਸਤਰ ਲਾ ਕੇ ਕਿਸੇ ਗਰੀਬ ਬੱਚੇ ਨੂੰ ਦਿਆਉਂਦੇ ਨੇ। ਜਦੋਂ ਤੁਸੀਂ 13 ਸਾਲ ਦੀ ਉਮਰ 'ਚ ਦੇਖਦੇ ਹੋ ਤੇ ਕਰਤਾਰਪੁਰ ਦੀ ਜੰਗ ਦੇ ਅੰਦਰ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤੇ ਆਪਣੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਨਾਲ ਮੈਦਾਨੇ ਜੰਗ 'ਚ ਹਿੱਸਾ ਲੈਂਦੇ ਨੇ। ਸਿੱਖ ਇਤਿਹਾਸ ਦੇ ਅੰਦਰ ਸਭ ਤੋਂ ਛੋਟਾ ਯੋਧਾ ਬਾਬਾ ਜੁਝਾਰ ਸਿੰਘ ਨਹੀਂ ਹੈ, ਕਿਉਂਕਿ ਉਹ 14 ਸਾਲ ਦੇ ਸੀ। ਇਹਨਾਂ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1621 'ਚ ਹੋਇਆ ਸੀ
ਤੇ 1634 ਜੋ ਜੰਗ ਹੋਈ ਹੈ ਇਹਨਾਂ ਦੀ ਉਮਰ ਤੋਂ 13 ਸਾਲ ਦੀ ਸੀ। ਸਿੱਖ ਇਤਿਹਾਸ ਦੇ ਅੰਦਰ ਮੈਦਾਨੇ ਜੰਗ ਦੇ ਅੰਦਰ ਜੂਝਣ ਵਾਲਾ ਸਭ ਤੋਂ ਛੋਟਾ ਯੋਧਾ ਬਾਬਾ ਤੇਗ ਬਹਾਦਰ ਸਾਹਿਬ ਹੈ, ਕਿਉਂਕਿ ਉਦੋਂ ਗੁਰਗੱਦੀ ਤੇ ਬਿਰਾਜਮਾਨ ਨਹੀਂ ਸੀਗੇ। ਹੁਣ ਜਦੋਂ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜਿਆ ਬੇਟਾ ਵਾਪਸ ਆ ਜਾਓ, ਸ਼ਾਮ ਪੈ ਗਈ, ਤੇ ਬਾਬਾ ਤੇਗ ਬਹਾਦਰ ਸਾਹਿਬ ਸੁਨੇਹਾ ਭੇਜਦੇ ਨੇ ਮਾਤਾ ਯੋਧੇ ਦਾ ਕੰਮ ਨਹੀਂ ਹੈ ਮੈਦਾਨੇ ਜੰਗ ਨੂੰ ਫਤਿਹ ਕੀਤੇ ਬਗੈਰ ਵਾਪਸ ਆ ਜਾਣਾ। ਇਹ ਲੜਾਈ ਵੀ ਪਾਤਸ਼ਾਹ ਜੀ ਨੇ ਜਿੱਤੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਗਈ, ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸਾਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਸਮਾਂ ਬੜਾ ਔਕੜਾ ਪੜਿਆ ਸੀ। ਜਿਹੜਾ ਆਨੰਦਪੁਰ ਸਾਹਿਬ ਦੇ ਅੰਦਰ ਰਣਜੀਤ ਨਗਾੜਾ ਬਣਾ ਦਿੱਤਾ। ਰਣਜੀਤ ਨਗਾੜਾ ਬਣਾ ਕੇ ਜਦੋਂ ਉਹ ਵੱਜਿਆ ਤੇ ਪਹਾੜੀਆਂ ਦੇ ਦਿਲ ਦਹਿਲਣ ਲੱਗ ਪਏ। ਪਹਾੜੀਆਂ ਨੇ ਹਮਲੇ ਵੀ ਸ਼ੁਰੂ ਕਰਤੇ, ਪਰ ਕਿਉਂਕਿ ਪਾਤਸ਼ਾਹ ਜੀ ਕੌਮ ਦਾ ਨਿਰਮਾਣ ਕਰਨਾ ਚਾਹੁੰਦੇ ਸੀ, ਪਾਤਸ਼ਾਹ ਜੀ ਨੇ ਜਾ ਕੇ ਡੇਰੇ ਲਾ ਲਏ ਪੌਂਟਾ ਸਾਹਿਬ। ਪੌਂਟਾ ਸਾਹਿਬ ਡੇਰੇ ਲਾਉਣ ਤੋਂ ਬਾਅਦ ਉੱਥੇ ਕਵੀ ਆਏ, ਉੱਥੇ ਫੌਜ ਭਰਤੀ ਕੀਤੀ, ਉੱਥੇ ਸਿੱਖ ਆਏ, ਸਿੱਖ ਹਥਿਆਰਬੰਦ ਹੋਏ। ਇੱਥੇ ਵੀ ਦੁਖੀਆਂ ਨੇ ਹਮਲਾ ਕੀਤਾ। ਇਹ ਪਹਿਲੀ ਲੜਾਈ ਹੈ ਜਿਹੜੀ ਪਾਤਸ਼ਾਹ ਜੀ ਨੇ ਖਾਲਸਾ ਝੰਡੇ ਦੇ ਥੱਲੇ ਨਹੀਂ ਲੜੀ, ਉਤਸ਼ਾਹ ਦੇ ਨਾਲ ਲੜੀ ਗਈ। ਇਹ ਉਹ ਯੁੱਧ ਆ ਜਿਹਦੇ ਅੰਦਰ ਸਾਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ 5 ਭੂਆ ਦੇ ਪੁੱਤ ਸ਼ਹੀਦ ਹੋਏ ਨੇ। ਬੀਬੀ ਬੀਰੋ ਜੀ ਦੇ ਬੇਟੇ ਨੇ ਭਾਈ ਸਾਧੂ ਤੇ ਬੀਬੀ ਬੀਰੋ ਦੇ ਸਪੁੱਤਰ ਨੇ ਜੀਤਮਲ, ਸੰਗੋ ਸ਼ਾਹ, ਗੁਲਾਬ ਚੰਦ, ਮਾਰੀ ਰਾਮ ਤੇ ਗੰਗਾ ਰਾਮ ਜੀ। ਇਹ 5 ਸ਼ਹੀਦ ਨੇ। ਇੱਥੇ ਪੀਰ ਬੁੱਧੂ ਸ਼ਾਹ ਦੇ 2 ਬੇਟੇ, ਪੀਰ ਬੁੱਧੂ ਸ਼ਾਹ ਦਾ ਭਰਾ ਪੀਰ ਬੁੱਧੂ ਸ਼ਾਹ ਦੇ ਮਰੀਦ ਵੀ ਸ਼ਹੀਦ ਹੋਏ ਨੇ। ਇੱਥੇ ਮਹੰਤ ਕਿਰਪਾਲ ਦਾਸ ਵੀ ਲੜ ਰਿਹਾ। ਇੱਥੇ ਗੁਰੂ ਸਾਹਿਬ ਦਾ ਮਾਮਾ ਕਿਰਪਾਲ ਚੰਦ ਵੀ ਲੜ ਰਿਹਾ। ਇੱਥੇ ਗੁਰੂ ਸਾਹਿਬ ਆਪ ਵੀ ਲੜ ਰਹੇ ਨੇ। ਇੱਥੇ ਇੱਕ ਚੀਜ਼ ਦੀ ਕਮੀ ਹੈ ਕਿ ਫੌਜ ਇੱਕ ਝੰਡੇ ਥੱਲੇ ਨਹੀਂ ਹੈ, ਉਹਨਾਂ ਦੀ ਵਰਦੀ ਇੱਕ ਨਹੀਂ ਹੈ। ਹੁਣ ਇਹ ਲੜਾਈ ਜਿੱਤੀ ਗਈ। ਸਿੱਖਾਂ ਦਾ ਉਤਸ਼ਾਹ ਇੰਨਾ ਵੱਧ ਗਿਆ, ਸਿੱਖ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਪਾਤਸ਼ਾਹ ਹੁਕਮ ਕਰ ਦਿਓ ਦਿੱਲੀ ਦੀਆਂ ਦੀਵਾਰਾਂ ਢਾਹ ਦਈਏ, ਪਾਤਸ਼ਾਹ ਹੁਕਮ ਕਰ ਦਿਓ ਲਾਹੌਰ ਫਤਿਹ ਕਰ ਲਈਏ, ਪਾਤਸ਼ਾਹ ਹੁਕਮ ਕਰੋ ਪਹਾੜੀਆਂ ਦਾ ਮਲੀਆ ਮੇਟ ਕਰ ਦਈਏ। ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਕਿ ਹੁਣ ਕੌਮ ਤਿਆਰ ਹੋ ਗਈ ਹੈ ਤੇ ਵਾਪਸ ਚੱਲ ਕੇ ਪਾਤਸ਼ਾਹ ਜੀ ਆ ਕੇ ਡੇਰੇ ਲਾ ਲੈਂਦੇ ਨੇ ਆਨੰਦਪੁਰ ਸਾਹਿਬ। ਹੁਣ ਆਨੰਦਪੁਰ ਸਾਹਿਬ ਦੇ ਅੰਦਰ ਕਿਲੇ ਬਣਨ ਲੱਗ ਪਏ। ਇੱਥੇ ਬਾਬਾ ਬੁੱਲੇ ਸ਼ਾਹ ਜੀ ਆਉਂਦੇ ਨੇ। ਬਾਬਾ ਬੁੱਲੇ ਸ਼ਾਹ ਜਿਹੜੇ ਨੇ, ਇਹਨਾਂ ਦੀ ਜਿਹੜੀ ਹਿਸਟਰੀ ਹੈ, ਸਾਈਂ ਮੀਆਂ ਮੀਰ ਜੀ ਦਾ ਪੋਤਾ ਆ ਸ਼ਾਹ ਇਨਾਇਤ। ਸ਼ਾਹ ਇਨਾਇਤ ਹੈ ਉਹ ਬਾਬਾ ਬੁੱਲਾ ਸ਼ਾਹ ਦਾ ਮੁਰਸ਼ਦ ਆ। ਇਹਦਾ ਮਤਲਬ ਤੀਜੀ ਪੀੜ੍ਹੀ ਤੇ ਜਾ ਕੇ ਬਾਬਾ ਬੁੱਲੇ ਸ਼ਾਹ ਸਾਈਂ ਮੀਆਂ ਮੀਰ ਜੀ ਨਾਲ ਜੁੜੇ ਹੋਏ ਨੇ। ਤੇ ਸਾਈਂ ਮੀਆਂ ਮੀਰ ਜੀ ਜਿਹੜੇ ਨੇ ਉਹ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਰਧਾਲੂ ਨੇ, ਸਿੱਖ ਨੇ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ 'ਚ ਬੰਦ ਨੇ ਤੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਦੇ ਅੰਦਰ। ਉਹਨਾਂ ਕਿਉਂਕਿ ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਤਫਸੀਲ ਨਾਲ ਜਾ ਕੇ ਦੱਸਣ ਵਾਲੇ ਸਾਈਂ ਮੀਆਂ ਮੀਰ ਜੀ ਨੇ। ਹੁਣ ਇੱਥੇ 1687 ਦੇ ਵਿੱਚ ਔਰੰਗਜ਼ੇਬ ਨੇ ਪਹਿਲਾ ਹੁਕਮ ਹਿੰਦੁਸਤਾਨ ਦੇ ਲੋਕਾਂ ਦੇ ਨਾਮ ਤੇ ਲਿਖਿਆ। ਕੋਈ ਵੀ ਹਿੰਦੁਸਤਾਨੀ ਘੋੜਸਵਾਰੀ ਨਹੀਂ ਕਰ ਸਕਦਾ, ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਰਵਾਈ। ਕੋਈ ਵੀ ਹਿੰਦੁਸਤਾਨੀ ਹਥਿਆਰ ਨਹੀਂ ਰੱਖ ਸਕਦਾ, ਪਾਤਸ਼ਾਹ ਜੀ ਨੇ ਹਥਿਆਰ ਬਖਸ਼ੇ ਕੱਲੇ ਕੱਲੇ ਸਿੱਖ ਨੂੰ। ਕੋਈ ਵੀ ਹਿੰਦੁਸਤਾਨੀ ਦਸਤਾਰ ਨਹੀਂ ਜੇ ਬਣ ਸਕਦਾ, ਦਸਤਾਰ ਉਹੀ ਬਣੂਗਾ ਜਿਹਨੂੰ ਔਰੰਗਜ਼ੇਬ ਨੇ ਬਖਸ਼ੀ ਹੈ। ਪਰ ਪਾਤਸ਼ਾਹ ਜੀ ਨੇ ਕੱਲੇ ਕੱਲੇ ਸਿੱਖ ਤੇ ਸਿਰ ਤੇ ਦਸਤਾਰਾਂ ਸਜਵਾ ਦਿੱਤੀਆਂ। ਹੁਣ ਇਹ ਹੁਕਮ ਅਸਲ ਦੇ ਵਿੱਚ ਔਰੰਗਜ਼ੇਬ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਤੀ ਤੋਂ ਭੈਭੀਤ ਹੋ ਕੇ ਦਿੱਤਾ ਸੀ। ਹੁਣ ਅੱਗੇ ਆ ਜਾਓ। 1696 ਦੇ ਵਿੱਚ ਇੱਕ ਲੈਟਰ ਦੱਖਣ ਤੋਂ ਇਹੀ ਔਰੰਗਜ਼ੇਬ ਵਜ਼ੀਰ ਖਾਨ ਸਰਹੰਦ ਵਾਲੇ ਦੇ ਨਾਮ ਲਿਖਦਾ ਹੈ। ਇਹ ਸਿੱਧਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੰਬੋਧਨ ਹੈ, ਕਿਉਂਕਿ ਉਦੋਂ ਖਾਲਸਾ ਪ੍ਰਗਟ ਨਹੀਂ ਹੋਇਆ ਸੀ, ਪਾਤਸ਼ਾਹ ਵੀ ਗੁਰੂ ਗੋਬਿੰਦ ਰਾਏ ਸੀਗੇ। ਹੁਣ ਉਸ ਲੈਟਰ ਦੀ ਦੇਖੋ ਮਜ਼ਮੂਨ ਕਿਹੋ ਜਿਹਾ। ਗੁਰੂ ਗੋਬਿੰਦ ਦਾਸ ਨੂੰ ਕਹਿ ਦਿਓ ਜਮੀਅਤ ਨਾ ਕਰੇ, ਜਮੀਅਤ ਦਾ ਮਤਲਬ ਇਕੱਠ ਨਾ ਕਰੇ, ਫੌਜਾਂ ਨਾ ਰੱਖੇ, ਝਰੋਖੇ ਵਿੱਚੋਂ ਦਰਸ਼ਨ ਦੇਣੇ ਬੰਦ ਕਰ ਦੇਵੇ, ਸੱਚਾ ਪਾਤਸ਼ਾਹ ਨਾ ਅਖਵਾਏ, ਨਹੀਂ ਤੇ ਆਨੰਦਪੁਰ ਨੂੰ ਉਜਾੜ ਦਿੱਤਾ ਜਾਏਗਾ। ਔਰੰਗਜ਼ੇਬ ਇੰਨਾ ਭੈਭੀਤ ਹੈ, ਵਜ਼ੀਰ ਖਾਨ ਨੂੰ ਲਿਖੇ ਪੱਤਰ ਵਿੱਚ ਸਿੱਧਾ ਸੰਬੋਧਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਰਦਾ। ਪਰ ਪਾਤਸ਼ਾਹ ਜੀ ਨੇ ਇਸ ਲੈਟਰ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਪਾਤਸ਼ਾਹ ਜੀ ਕੌਮ ਦੇ ਨਿਰਮਾਣ 'ਚ ਲੱਗੇ ਹੋਏ ਨੇ। ਬਾਬਾ ਬੁੱਲੇ ਸ਼ਾਹ ਜੀ ਬਹੁਤ ਵਧੀਆ ਗੱਲ ਕਰਦੇ ਨੇ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਸਭ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ तो सुन्नत होती सब की। अगर पातशाह गुरु गोबिंद सिंह साहब ना होंदे, एक मुसलमान फकीर कह रहा कि इस हिंदुस्तान की धरती के उत्ते हरेक की सुन्नत हुई होनी सी। हुण घटनाक्रम अगे चलता है, क्योंकि जिहड़ी मानसिक गुलामी तोड़न की सुनेहा हिंदुस्तान के लोगों को निर्मल पंथ चला के गुरु नानक साहब ने दिता, इत्थे वो हथियारबंद घोल च बदल गया।
1698 ਦੇ ਵਿੱਚ ਵਿਸਾਖੀ ਵਾਲੇ ਦਿਨ ਰਵਾਲਸਰ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਾੜੀ ਰਾਜਿਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਕੀ ਕੀਤੀ ਕਿ ਆਓ, ਕਿਉਂਕਿ ਪਹਾੜੀ ਰਾਜੇ ਅਸਲ ਦੇ ਵਿੱਚ ਆਜ਼ਾਦ ਰਾਜੇ ਨਹੀਂ ਸੀ, ਇਹ ਜਰਗਮਾਲੀ 'ਚ ਰਹੇ ਸੀ। ਇਹਨਾਂ ਦੇ ਘਰ ਦੇ ਵਿੱਚ ਨਵੇਂ ਜੰਮਦੇ ਬੱਚੇ ਨੂੰ ਵੀ ਲਿਖਾਉਣਾ ਪੈਂਦਾ ਸੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਿ ਸਾਡੇ ਘਰ ਇੱਕ ਨਵਾਂ ਜੰਮਿਆ ਬੱਚਾ ਹੈ ਸਾਡੇ ਕੋਲੇ। ਹੁਣ ਜਦੋਂ ਫੌਜਾਂ ਜਾਂਦੀਆਂ ਸੀ ਪੰਜਾਬ ਦੇ ਦੌਰੇ 'ਤੇ ਔਰੰਗਜ਼ੇਬ ਦੀਆਂ, ਉਦੋਂ ਸਾਰਾ ਖਰਚਾ ਪਹਾੜੀਏ ਬਰਦਾਸ਼ਤ ਕਰਦੇ ਸੀ। ਪਰ ਪਾਤਸ਼ਾਹ ਜੀ ਨੇ ਕਿਹਾ ਕਿ ਆਓ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦਿੰਦੇ ਹਾਂ। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ, ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। Best Buy Furniture, the perfect homemaker. Finance available for 6 months with 0% interest. Call 403-250-6661 403 250 6661। ਪਰ ਪਾਤਸ਼ਾਹ ਜੀ ਨੇ ਕਿਹਾ ਕਿ ਆਓ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦਿੰਦੇ ਹਾਂ। ਜੇ ਖੂਨ ਪਹਿਲਾਂ ਡੁੱਲੇਗਾ ਤੇ ਸਾਡਾ ਡੁੱਲੇਗਾ ਜਾਂ ਮੇਰੇ ਸਿੱਖਾਂ ਦਾ ਡੁੱਲੇਗਾ, ਤੁਸੀਂ ਸਿਰਫ ਮੇਰੇ ਨਾਲ ਤੁਰ ਪਾਓ। ਕਿਉਂਕਿ ਇਹਨਾਂ ਦੇ ਵਿੱਚ ਬੇਵਿਸ਼ਵਾਸੀ ਸੀ, ਇਹ ਇੱਕ ਦੂਜੇ ਨਾਲ ਜੈਲਸੀ ਕਰਦੇ ਸੀ, ਈਰਖਾ ਕਰਦੇ ਸੀ। ਇਹਨਾਂ ਨੇ ਪਾਤਸ਼ਾਹ ਜੀ 'ਤੇ ਯਕੀਨ ਨਹੀਂ ਕੀਤਾ। ਹੁਣ ਪਾਤਸ਼ਾਹ ਜੀ ਨੇ ਫਿਰ ਫੈਸਲਾ ਲਿਆ, ਜੀ ਰਾਜਪੂਤਾਂ ਵੱਲ ਨੂੰ ਪਾਤਸ਼ਾਹ ਜੀ ਸੋਚਦੇ ਤੇ ਉਹ ਵੀ ਠੀਕ ਫੈਸਲਾ ਨਹੀਂ ਸੀ ਹੋਣਾ, ਕਿਉਂਕਿ ਰਾਜਪੂਤ ਤੇ ਪਹਿਲਾਂ ਹੀ ਆਪਣੀਆਂ ਲੜਕੀਆਂ ਮੁਗਲਾਂ ਨੂੰ ਦੇ ਚੁੱਕੇ ਸੀ, ਉਹਨਾਂ ਨਾਲ ਰਿਸ਼ਤੇਦਾਰੀਆਂ ਔਰੰਗਜ਼ੇਬ ਦੇ ਸਮੇਂ ਤੋਂ ਲੈ ਕੇ ਬਣਾ ਚੁੱਕੇ ਸੀਗੇ। ਹੁਣ ਪਾਤਸ਼ਾਹ ਜੀ ਨੇ ਫੈਸਲਾ ਲਿਆ, ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਸਰਦਾਰ ਬਣਾਉਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਲੋਕਾਂ ਨੂੰ ਦੁਤਕਾਰਿਆਂ, ਫਟਕਾਰਿਆਂ ਹਿੰਦੁਸਤਾਨ ਦੇ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਨੂੰ ਫੇਰ ਹੀ ਨਹੀਂ ਸੀ ਵੱਜਦੀ। ਇੱਕ ਤਲਾਅ ਤੋਂ ਕੁੱਤਾ ਤੇ ਪਾਣੀ ਪੀ ਸਕਦਾ, ਉਹ ਦੁੱਖ ਦੀ ਗੱਲ ਇਹ ਹੈ ਕਿ ਇੱਕ ਗਰੀਬ ਸ਼ੂਦਰ ਕਹਾਉਣ ਵਾਲਾ ਬੰਦਾ ਪਾਣੀ ਨਹੀਂ ਪੀ ਸਕਦਾ। ਸਵੇਰ ਵੇਲੇ ਉਹ ਸ਼ੂਦਰ ਪੈਦਲ ਨਹੀਂ ਚੱਲ ਸਕਦਾ ਕਿਉਂਕਿ ਉਹਦਾ ਪਰਛਾਵਾਂ ਲੰਮਾ ਹੋਣਾ ਸੀ। ਜਾਂ ਜੇ ਤੁਸੀਂ ਹਿਸਟਰੀ ਪੜ੍ਹੋ ਤਾਂ ਪੂਨੇ ਦੇ ਵਿੱਚ ਇਹ ਜਿਹੜੇ ਦਲਿਤ ਨੇ, ਜਿਹੜੇ ਸ਼ਡਿਊਲਡ ਕਾਸਟ ਨੇ, ਜਿਹੜੇ ਅਖੌਤੀ ਸ਼ੂਦਰ ਨੇ, ਇਹ ਜਦੋਂ ਚੱਲਦੇ ਹੁੰਦੇ ਸੀ ਆਪਣੇ ਪਿੱਛੇ ਦਰਖਤ ਦੀ ਇੱਕ ਸੋਟੀ ਜਾਂ ਜਿਹਨੂੰ ਛਾਪਾ ਕਹਿੰਦੇ ਨੇ, ਉਹ ਬੰਨ੍ਹ ਕੇ ਚੱਲਦੇ ਹੁੰਦੇ ਸੀ ਤਾਂ ਕਿ ਉਹਨਾਂ ਦੀ ਪੈੜ ਮਿਟਦੀ ਜਾਵੇ ਤੇ ਉੱਚ ਕੋਟੀ ਵਾਲੇ ਜਿਹੜੇ ਉੱਚੀਆਂ ਜਾਤਾਂ ਦੇ ਬੰਦੇ ਨੇ ਉਹਨਾਂ ਦਾ ਪੈਰ ਉੱਤੇ ਨਾ ਆਵੇ। ਤੇ ਰਾਤ ਦੇ ਸਮੇਂ ਇਹ ਬੰਦਿਆਂ ਨੂੰ ਚੱਲਣ ਲੱਗੇ, ਜ਼ਬਰਦਸਤੀ ਇਹਨਾਂ ਦੇ ਗਲ ਦੇ ਵਿੱਚ ਟੱਲੀਆਂ ਪਵਾਈਆਂ ਜਾਂਦੀਆਂ ਸੀ ਤਾਂ ਕਿ ਦੂਰੋਂ ਹੀ ਪਤਾ ਲੱਗ ਜਾਵੇ ਕਿ ਕੋਈ ਉੱਚੀ ਜਾਤੀ ਵਾਲਾ ਬੰਦਾ ਆ ਰਿਹਾ, ਉਹਦੇ ਨਾਲ ਇਹ ਟਕਰਾ ਨਾ ਜਾਵੇ। ਪਾਤਸ਼ਾਹ ਜੀ ਨੇ ਫਿਰ ਉਹਨਾਂ 'ਤੇ ਬਖਸ਼ਿਸ਼ ਕੀਤੀ। ਬਖਸ਼ਿਸ਼ ਕੀ ਕੀਤੀ? 30 ਮਾਰਚ 1699 ਨੂੰ ਖਾਲਸਾ ਪ੍ਰਗਟ ਕਰ ਦਿੱਤਾ। ਜਦੋਂ ਖਾਲਸਾ ਪ੍ਰਗਟ ਹੋਇਆ ਫਿਰ ਇੱਥੇ ਕੀ ਹੋਇਆ? ਜਦੋਂ ਸਿੱਖ ਨੂੰ ਪੁੱਛਿਆ ਜਾਣ ਲੱਗਿਆ, ਕਿਉਂਕਿ ਪੁਰਾਣਾ ਕਰਮ, ਪੁਰਾਣਾ ਧਰਮ, ਪੁਰਾਣੀ ਜਾਤ, ਪੁਰਾਣੀ ਕੁੱਲ ਸਭ ਕੁਝ ਨਾਸ਼ ਹੋ ਗਿਆ, ਨਵੇਂ ਧਰਮ 'ਚ ਪ੍ਰਵੇਸ਼ ਕਰ ਗਏ। ਨਵਾਂ ਧਰਮ ਕੀ ਸੀ? ਤੇਰੀ ਜਾਤ ਕੀ ਹੈ? ਖਾਲਸਾ। ਤੇਰਾ ਗੋਤ ਕੀ ਹੈ? ਖਾਲਸਾ। ਤੇਰਾ ਧਰਮ ਕੀ ਹੈ? ਖਾਲਸਾ। ਤੂੰ ਰਹਿਣ ਵਾਲਾ ਕਿੱਥੇ ਦਾ? ਅਨੰਦਪੁਰ ਸਾਹਿਬ ਦਾ। ਤੇਰਾ ਪਿਤਾ ਕੌਣ ਹੈ? ਸਾਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਤੇਰੀ ਮਾਤਾ ਕੌਣ ਹੈ? ਵੀ ਮਾਤਾ ਸਾਹਿਬ ਕੌਰ ਹੈ। ਅੱਛਾ, ਇਹ ਫਿਰ ਇਨਕਲਾਬ ਹੋ ਗਿਆ। ਹੁਣ ਜਦੋਂ ਇਨਕਲਾਬ ਹੋ ਗਿਆ, ਜਿਹੜੇ ਇਨਕਲਾਬ ਦੇ ਦੋਖੀ ਸੀ ਪਹਾੜੀਏ ਔਰ ਕੁਝ ਵੈਸ਼ਨਵ ਧਰਮ ਦੇ ਲੋਕ, ਜਿਨ੍ਹਾਂ ਨੇ ਗਰੀਬ ਲੋਕਾਂ ਦੇ ਨਾਲ ਬੈਠ ਕੇ ਅੰਮ੍ਰਿਤ ਛਕਣ ਤੋਂ ਨਾ ਕਰ ਦਿੱਤੀ ਸੀ ਕਿ ਅਸੀਂ ਅੰਮ੍ਰਿਤ ਛਕਣ ਨੂੰ ਤਾਂ ਤਿਆਰ ਹਾਂ ਪਰ ਸਾਨੂੰ ਅਲੱਗ ਛਕਾਇਆ ਜਾਵੇ, ਪਰ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ ਕਿ ਖਾਲਸਾ ਧਰਮ ਦੇ ਅੰਦਰ ਪ੍ਰਵੇਸ਼ ਕਰਨ ਲਈ ਜਿਹੜੀ ਵਿਧੀ ਸਾਨੂੰ ਅਕਾਲ ਪੁਰਖ ਸਾਹਿਬ ਨੇ ਸੋਝੀ ਦਿੱਤੀ ਹੈ ਉਹਦੇ ਮੁਤਾਬਕ ਅਗਰ ਅੰਮ੍ਰਿਤ ਛਕਣਾ ਤੇ ਆ ਜਾਓ, ਨਹੀਂ ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਹੁਣ ਜਿੱਥੇ ਇਨਕਲਾਬ ਹੋਇਆ ਉੱਥੇ ਵਿਰੋਧੀ ਵੀ ਪੈਦਾ ਹੋ ਗਏ। ਵਿਰੋਧੀ ਪੈਦਾ ਹੋ ਗਏ ਤੇ ਪਾਤਸ਼ਾਹ ਜੀ ਨੇ ਇੱਥੇ ਫਿਰ ਜੰਗਾਂ ਲੜੀਆਂ। ਚਮਕੌਰ ਸਾਹਿਬ ਦੀ ਜੰਗ, ਦੋਨੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾਏ 40 ਸਿੰਘਾਂ ਦੇ ਨਾਲ। ਇਹ ਦੁਨੀਆ ਦੀ ਅਸਾਮੀ ਲੜਾਈ ਹੈ। ਹੁਣ ਜਦੋਂ ਤੁਸੀਂ ਇਸ ਜੰਗ ਦੀ ਗੱਲ ਕਰਦੇ ਹੋ, ਪਾਤਸ਼ਾਹ ਜੀ ਜਦੋਂ ਮਾਛੀਵਾੜੇ ਸੀ, ਜਦੋਂ ਉਹਨਾਂ ਨੇ ਮਾਛੀਵਾੜੇ ਨੂੰ ਛੱਡਿਆ, ਉਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਇਆਂ ਸਿਰਫ 3 ਰਾਤਾਂ ਹੋਈਆਂ ਸੀ। ਘੁੰਗਰਾਲੀ ਪਿੰਡ ਪਹੁੰਚੇ ਨੇ ਪਾਤਸ਼ਾਹ ਜੀ। ਘੁੰਗਰਾਲੀ ਪਿੰਡ ਦਾ ਇੱਕ ਮਿਸਤਰੀ ਹੈ ਕੰਡਾ ਮਿਸਤਰੀ। ਕੰਡਾ ਮਿਸਤਰੀ ਜਿਹੜਾ ਉਹ ਹਥਿਆਰ ਬਣਾਉਣ ਦਾ ਕੰਮ ਕਰਦਾ। ਅਜੇ ਦੁਨੀਆ ਦੇ ਅੰਦਰ ਸੋਚ ਸਕਦੇ ਹੋ ਕਿ ਕਿਸੇ ਯੋਧੇ ਦਾ
ਦੋ ਵੱਡੇ ਸੁਪੁੱਤਰ ਸ਼ਹੀਦ ਹੋਇਆਂ ਨੂੰ 3 ਰਾਤਾਂ ਨਿਕਲੀਆਂ ਨੇ, 3 ਦਿਨ ਨਿਕਲੇ ਨੇ, ਛੋਟੇ ਗੁਆਚੇ ਹੋਏ ਨੇ, ਪਤਾ ਨਹੀਂ ਕਿੱਥੇ ਨੇ। ਔਰ ਉਹ ਫਿਰ ਹਥਿਆਰ ਚੱਕ ਲਵੇ। ਕੰਡੇ ਮਿਸਤਰੀ ਕੋਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ 2 ਤਮੰਚੇ, 2 ਤਲਵਾਰਾਂ, 22 ਤੀਰ ਤੇ 1 ਕਮਾਨ ਲੈ ਲਈ ਹੈ। ਪਾਤਸ਼ਾਹ ਜੀ ਨੇ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ। ਬੇਟੇ ਸ਼ਹੀਦ ਹੋਏ ਨੇ 3 ਦਿਨ ਪਹਿਲਾਂ। ਇੱਥੇ ਜੋਗੀ ਅੱਲਾ ਯਾਰ ਖਾਨ ਲਿਖਦਾ ਹੈ, ਇੱਕ ਮੁਸਲਮਾਨ ਪੈਗੰਬਰ ਯਕੂਬ ਦਾ ਬੇਟਾ ਯੂਸਫ ਗੁਆਚ ਗਿਆ ਸੀ, ਉਹਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਸੀ। ਸੰਚਾਰ ਕਰਕੇ ਫੌਜ ਭਰਤੀ ਕਰਦੇ ਆ। ਚੋਲੇ ਦੀ ਸੰਗਤ ਦੇ ਨਾਮ ਤੇ ਇੱਕ ਹੁਕਮਨਾਮਾ ਲਿਖਦੇ ਨੇ ਕਿ ਹਥਿਆਰ ਪਹਿਨ ਕਰ ਹਜ਼ੂਰ ਆਵਣਾ। ਹੁਣ ਜਿਹੜੇ ਸਿੰਘ ਨੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਆਉਣਾ ਆ, ਪਾਤਸ਼ਾਹ ਜੀ ਲਿਖ ਕੇ ਭੇਜਦੇ ਹੁਣ ਹਥਿਆਰ ਪਹਿਨ ਕੇ ਆਵੇ, ਕਿਉਂਕਿ ਲੜਾਈ ਹੋਰ ਹੋਣੀ ਹੈ। ਕਿਉਂਕਿ ਪਾਤਸ਼ਾਹ ਜੀ ਏਡੇ ਵੱਡੇ ਮਨੋਵਿਗਿਆਨੀ ਨੇ, ਉਹਨਾਂ ਨੂੰ ਪਤਾ ਵਜ਼ੀਰਾ ਪਿੱਛੋਂ ਲੈਣ ਵਾਲਾ ਨਹੀਂ ਹੈ। ਇਹ ਲੜਾਈ ਫਿਰ ਮੁਕਤਸਰ ਦੇ ਸਥਾਨ ਤੇ ਹੋਈ। ਸਿੱਖ ਇਤਿਹਾਸ ਦੇ ਅੰਦਰ ਜਿਹੜਾ ਇਹ ਲਿਖਿਆ ਹੋਇਆ ਕਿ ਲੜਾਈ ਇਸ ਕਰਕੇ ਪਾਤਸ਼ਾਹ ਜੀ ਨੇ ਜਿੱਤੀ ਕਿਉਂਕਿ ਪਾਣੀ ਦੀ ਢਾਬ ਤੇ ਗੁਰੂ ਦੇ ਸਿੰਘਾਂ ਦਾ ਕਬਜ਼ਾ ਸੀ। ਜੇ ਤੁਸੀਂ ਇਤਿਹਾਸ ਨੂੰ ਪੜ੍ਹੋ, ਇਹ ਲੜਾਈ 1.5 ਪਹਿਰ ਹੋਈ ਹੈ। 1.5 ਪਹਿਰ ਦਾ ਮਤਲਬ 4.5 ਘੰਟੇ। 4.5 ਘੰਟੇ ਦੇ ਅੰਦਰ ਪਾਤਸ਼ਾਹ ਜੀ ਦੇ ਸਿੱਖਾਂ ਨੇ 2700 ਵਜ਼ੀਰੇ ਦੇ ਸਿਪਾਹੀਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਜੇ ਕਿਤੇ ਵਜ਼ੀਰਾ 1.5 ਪਹਿਰ ਹੋਰ ਰੁਕ ਜਾਂਦਾ ਫਿਰ ਤੇ ਸਾਰੀ ਫੌਜ ਸਾਫ਼ ਕਰ ਦੇਣੀ ਸੀ। ਇਹ ਲੜਾਈ ਤਲਵਾਰ ਦੇ ਜ਼ੋਰ ਦੇ ਉੱਤੇ ਸਿੰਘਾਂ ਦੇ ਅੰਦਰ ਲੜਨ ਦਾ ਜਜ਼ਬਾ ਕਰਕੇ ਤੇ ਪਾਤਸ਼ਾਹ ਜੀ ਦੇ ਤੀਰਾਂ ਨੇ ਕਮਾਲ ਕਰਕੇ ਜਿੱਤੀ ਹੈ। ਇਹ ਪਾਣੀ ਦਾ ਪਹਿਲੂ ਇੱਕ ਪਹਿਲੂ ਤੇ ਹੋ ਸਕਦਾ, ਦੂਜਾ ਪਹਿਲੂ ਹੈ ਪਾਤਸ਼ਾਹ ਜੀ ਦੇ ਸਿੱਖਾਂ ਦਾ ਬਾਹੂਬਲ ਤੇ ਉਹਨਾਂ ਦੇ ਸਿਰ ਤੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੱਥ, ਜਿਹੜਾ ਤੀਰਾਂ ਦੇ ਰੂਪ ਦੇ ਵਿੱਚ ਕਹਿਰ ਬਣ ਕੇ ਵਜ਼ੀਰੇ ਦੀ ਫੌਜ ਤੇ ਵਾਪਰਿਆ। ਹੁਣ ਪਾਤਸ਼ਾਹ ਹਾਲਾਤ ਬਦਲ ਗਏ। ਅਕਿਰਤ ਘਣ ਬਹਾਦਰ ਸ਼ਾਹ ਦਿੱਲੀ ਦੀ ਗੱਦੀ ਦੇ ਉੱਤੇ ਜਜਾਊ ਦੇ ਮੈਦਾਨ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਵੀ ਭੇਜੇ, ਲੜਾਈ ਜਿੱਤਿਆ, ਦਿੱਲੀ ਦੀ ਗੱਦੀ ਤੇ ਕਾਬਜ ਹੋਇਆ, ਆਪਣੇ ਵਾਅਦਿਆਂ ਤੋਂ ਮੁੱਕਰ ਗਿਆ। ਪਹਿਲਾ ਹੁਕਮ ਜਿਹੜਾ ਸਿੱਖਾਂ ਦੇ ਕਤਲੇ ਆਮ ਦਾ ਉਹ ਬਹਾਦਰ ਸ਼ਾਹ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਲਈ ਉਦੋਂ ਦਿੱਤਾ। ਉਸ ਆਰਡਰ 'ਚੋਂ ਕੀ ਲਿਖਦਾ, ਨਾਨਕ ਪ੍ਰਸਤਾਂ ਰਾਹਰ ਬਿਆਬੰਦ ਬਾ ਕਤਲ ਰਸਾਨੰਦ, ਕਿ ਜਦੋਂ ਵੀ ਕਿਤੇ ਵੀ ਨਾਨਕ ਪ੍ਰਸਤ ਮਿਲ ਜਾਣ ਉਹਨਾਂ ਨੂੰ ਬਗੈਰ ਕਿਸੇ ਅਪੀਲ ਤੇ ਦਲੀਲ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਵੇ। ਕੋਈ ਅਪੀਲ ਕਰਨ ਦਾ ਹੱਕ ਨਹੀਂ, ਕੋਈ ਦਲੀਲ ਦਾ ਹੱਕ ਨਹੀਂ। ਇਹਦੇ ਤਹਿਤ ਫਿਰ ਜਿਹੜੇ ਨੇ ਉਹ 40 ਸਿੰਘ ਫੜ ਲਏ। ਇਹ ਮਾਰਚ 1710 ਦੇ ਵਿੱਚ ਸਿੰਘਾਂ ਨੂੰ ਫੜਿਆ ਗਿਆ। ਮਈ 1710 ਦੇ ਵਿੱਚ ਇਹਨਾਂ ਦੀ ਸ਼ਹੀਦੀ ਕੀਤੀ ਗਈ। ਸਿੰਘਾਂ ਤੇ 3 ਮਹੀਨੇ ਲਗਾਤਾਰ ਤਸ਼ੱਦਦ ਹੁੰਦਾ ਰਿਹਾ। ਕਿਸੇ ਇੱਕ ਵੀ ਸਿੰਘ ਨੇ ਧਰਮ ਬਦਲਣਾ ਨਹੀਂ ਮੰਨਿਆ। ਜਦੋਂ ਧਰਮ ਬਦਲਣਾ ਨਹੀਂ ਮੰਨਿਆ ਤੇ 90 ਦਿਨ ਬਾਅਦ ਇਹਨਾਂ ਨੂੰ ਆਲੋਵਾਲ ਦੇ ਸਥਾਨ ਤੇ ਟੋਆ ਪੁੱਟ ਕੇ ਜ਼ਮੀਨ ਦੇ ਅੰਦਰ ਜਿੰਦੇ ਦੱਬ ਦਿੱਤਾ। ਇਹ ਫਖਰ ਦੀ ਗੱਲ ਹੈ ਕਿ ਜ਼ਾਲਮ ਸਰਕਾਰ 90 ਦਿਨਾਂ ਦੇ ਤਸ਼ੱਦਦ ਦੇ ਵਿੱਚ ਵੀ 40 ਸਿੰਘਾਂ ਦੇ ਵਿੱਚੋਂ ਇੱਕ ਵੀ ਸਿੰਘ ਦਾ ਧਰਮ ਬਦਲਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ। ਇਹ ਆਲੋਵਾਲੇ ਦੇ ਸ਼ਹੀਦਾਂ ਨੂੰ ਜਿਹੜੇ ਸਿੱਖ ਕੌਮ ਆ ਉਹ ਲਗਭਗ ਭੁੱਲ ਚੁੱਕੀ ਆ। ਇਹ ਲਾਹੌਰ ਦੇ ਲਾਗੇ ਆ। ਹੁਣ ਲੜਾਈ ਅੱਗੇ ਵਧੀ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਮਜ਼ਾਰਿਆਂ ਨੂੰ ਜ਼ਮੀਨੀ ਹੱਕ ਦਿੱਤੇ। ਇੱਥੋਂ ਫਿਰ ਇਹ ਇੱਕ ਸੁਨੇਹਾ ਸਾਹਮਣੇ ਆ ਗਿਆ ਕਿ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੇਜੇ ਹੋਏ ਇੱਕ ਸਿੰਘ ਨੇ ਸਰਹੰਦ ਫਤਿਹ ਕਰਕੇ ਆਪਣਾ ਰਾਜ ਕਾਇਮ ਕਰ ਦਿੱਤਾ। ਉਹ ਫਿਰ ਜਿਹੜੀ ਅਰਦਾਸ ਸੀ ਰਾਜ ਕਰੇਗਾ ਖਾਲਸਾ, ਇਹ ਜਿਹੜੀ ਭਾਵਨਾ ਗੁਰੂ ਸਾਹਿਬ ਨੇ ਪੈਦਾ ਕੀਤੀ ਸੀ। 52 ਹੁਕਮਾਂ ਦੇ ਵਿੱਚ ਇੱਕ ਹੁਕਮ ਗੁਰੂ ਸਾਹਿਬ ਦਾ ਇਹ ਵੀ ਸੀਗਾ ਕਿ ਸਿਆਸਤ ਪੜ੍ਹਨੀ ਹੈ, ਉਹ 'ਤੇ ਨਜ਼ਰ ਰੱਖਣੀ ਹੈ। ਇੱਥੇ ਸਮਾਂ ਪਾ ਕੇ ਸਿੱਖਾਂ ਨੇ ਜਿਹੜਾ ਉਹ ਰਾਜ ਕੀਤਾ। ਹੁਣ ਅਬਦੂ ਸਮਦ ਦਾ ਟਾਈਮ ਆ ਗਿਆ। ਸਿੰਘਾਂ ਦਾ ਕਤਲੇਆਮ ਹੁੰਦਾ ਰਿਹਾ। ਭਾਈ ਤਾਰੂ ਸਿੰਘ, ਭਾਈ ਤਾਰਾ ਸਿੰਘ ਬਾਂ, ਸ਼ਹੀਦ ਸੁੱਖਾ ਸਿੰਘ ਮਾੜੀ ਕੰਬੋ ਕਿ ਸ਼ਹੀਦ ਮਹਿਤਾਬ ਸਿੰਘ ਮੀਰਾ ਕੋਟੀਆਂ, ਇੱਕ ਲੰਬੀ ਲਿਸਟ ਆ। ਜਦੋਂ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਸਿੰਘ ਮੈਦਾਨੇ ਜੰਗ 'ਚ ਜੂਝ ਕੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਸ਼ਹੀਦੀਆਂ ਵੀ ਕੀਤੀਆਂ। ਛੋਟਾ ਕੱਲੂਕਾਰਾ, ਵੱਡਾ ਕੱਲੂਕਾਰਾ, ਬੜੇ ਸਿੰਘਾਂ ਦੀਆਂ ਸ਼ਹੀਦੀਆਂ ਤੇ 1,49,000 ਦੇ ਲਗਭਗ ਇਹ ਸ਼ਹੀਦ ਬਣਦੇ ਨੇ ਜਿਹੜੇ 17ਵੀਂ ਤੇ 18ਵੀਂ ਸਦੀ ਦੇ ਅੰਦਰ ਸ਼ਹੀਦ ਹੋਏ ਆ ਆਜ਼ਾਦੀ ਦੇ ਲਈ। ਹੁਣ ਇੱਥੇ ਪੁਰਤਗਾਲੀ ਆ ਗਏ, ਇੱਥੇ ਅੰਗਰੇਜ਼ ਆ ਗਏ।
ਈਸਟ ਇੰਡੀਆ ਕੰਪਨੀ ਬਿਜ਼ਨਸ ਕਰਨ ਲਈ ਆਈ ਸੀ। ਉਹਨੇ ਹਿੰਦੁਸਤਾਨ 'ਤੇ ਕਬਜ਼ਾ ਕਰ ਲਿਆ ਕਿਉਂਕਿ ਬਹਾਦਰ ਸ਼ਾਹ ਦੀ ਔਲਾਦ ਰੰਗੀਲਾ ਵਗੈਰਾ ਅੱਗੇ ਜਾ ਕੇ ਕਮਜ਼ੋਰ ਸਿੱਧ ਹੋਏ ਅਤੇ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਹੁਣ 1824 ਦੇ ਵਿੱਚ ਪੰਜਾਬ ਅਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਆ, ਪਰ ਅਸਾਮ ਦੇ ਅੰਦਰ ਜਦੋਂ ਸਿੱਖ ਫੌਜੀਆਂ ਨੂੰ ਹਮਲਾ ਕਰਨ ਭੇਜਿਆ ਗਿਆ, ਇਹ ਯੂਪੀ ਦੇ, ਇਹ ਬਿਹਾਰ ਦੇ ਅਤੇ ਬੰਗਾਲ ਦੇ ਸਿੱਖ ਸੀ, ਉਹਨਾਂ ਨੇ ਆਪਣੇ ਭਰਾਵਾਂ 'ਤੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇੱਥੇ ਲਗਭਗ 550 ਸਿੱਖਾਂ ਨੂੰ ਗੋਲੀ ਦੇ ਨਾਲ ਨਹੀਂ, ਤੋਪਾਂ ਦੇ ਨਾਲ ਉਡਾ ਦਿੱਤਾ ਗਿਆ। ਤੋਪਾਂ ਬੀੜ ਕੇ ਬਕਾਇਦਾ ਉਡਾ ਦਿੱਤਾ ਗਿਆ। ਇਵੇਂ ਹੀ ਇੱਕ ਸਿੱਖ ਵਿਜੇ ਸਿੰਘ ਸੀ, ਉਹ ਕਤਲ ਹੀ ਸਿਰਫ ਅੰਗਰੇਜ਼ ਅਫਸਰਾਂ ਦਾ ਕਰਦਾ ਸੀ। ਹੁਣ ਪੰਜਾਬ ਦਾ ਲੁਧਿਆਣੇ ਵੱਲ ਦੇ ਰਾਜ ਪਾਸੇ ਦਾ ਜਦੋਂ ਕਬਜ਼ਾ ਹੋਇਆ, ਉਦੋਂ ਤੋਂ ਪਹਿਲਾਂ ਤੋਂ ਹੀ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਜੂਝਣ ਲੱਗ ਪਏ। 1849 ਦੇ ਵਿੱਚ ਸਭਰਾਵਾਂ ਦੇ ਮੈਦਾਨ ਦੇ ਅੰਦਰ ਜਦੋਂ ਸਿੱਖ ਲੜਾਈ ਹਾਰੇ ਨੇ, ਅਤੇ ਉੱਥੇ ਜਿਹੜਾ ਮਹਾਨ ਇਤਿਹਾਸਕਾਰ ਕਨਿੰਘਮ ਹੈ, ਉਹ ਕਹਿੰਦਾ ਮੈਂ ਫੌਜੀ ਅਫਸਰ ਸੀ। ਕਹਿੰਦਾ ਮੈਂ ਪਹਿਲੀ ਵਾਰੀ ਦੇਖਿਆ ਕਿ ਸਿੱਖ ਫੈਸਲਾ ਲੈ ਰਹੇ ਨੇ ਕਿ ਫਲਾਨੀ ਤੋਪ ਤੋਂ ਸਾਹਮਣੇ ਗੋਲੀ ਆ ਰਹੀ ਆ, ਉਹ ਸਾਡੀ ਕੌਮ ਦਾ, ਸਾਡੀ ਫੌਜ ਦਾ ਨੁਕਸਾਨ ਕਰ ਰਹੀ ਹੈ। 10 ਸਿੰਘ ਫੈਸਲਾ ਲੈਂਦੇ ਨੇ ਕਿ ਇਸ ਤੋਪ ਦਾ ਮੂੰਹ ਬੰਦ ਕਰਨਾ, ਇੱਥੋਂ ਤੋਪਾਂ ਦੇ ਗੋਲੇ ਆ ਰਹੇ ਨੇ, ਕਿ ਅਸੀਂ 10 ਨੇ ਭੱਜ ਕੇ ਉਸ ਤੋਪਚੀ ਤੱਕ ਪਹੁੰਚਣਾ, ਜਿਹੜਾ ਰਾਹ ਵਿੱਚ ਡਿੱਗ ਪਵੇ ਉਹਦੇ ਵੱਲ ਨਹੀਂ ਦੇਖਣਾ, ਜਿਹੜਾ ਅੱਗੇ ਪਹੁੰਚ ਜਾਵੇ ਉਸ ਤੋਪਚੀ ਦਾ ਸਿਰ ਵੱਢ ਦੇਵੇ। ਕਿਉਂਕਿ ਡੋਗਰੇ ਅਤੇ ਗੋਰਖੇ ਅਤੇ ਹੋਰ ਹਿੰਦੁਸਤਾਨ ਦੀਆਂ ਫੌਜਾਂ ਅੰਗਰੇਜ਼ਾਂ ਦੇ ਨਾਲ ਸੀ। ਸ਼ਾਹ ਮੁਹੰਮਦ ਇਸ ਲੜਾਈ ਨੂੰ ਲਿਖਦੇ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿ ਇਹ ਜੰਗ ਫਿਰ ਪੰਜਾਬ ਅਤੇ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਸੀ। ਪਰ ਡੋਗਰਿਆਂ ਦੀ ਗਦਾਰੀ ਦੇ ਕਾਰਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਇਹ ਲੜਾਈ ਹਾਰ ਜਾਂਦੇ ਨੇ। ਇਹ ਲੜਾਈ ਹਾਰਨ ਤੋਂ ਬਾਅਦ ਸਮੁੱਚੇ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ 1849 'ਚ ਹੋ ਜਾਂਦਾ। ਕਨਿੰਘਮ ਲਿਖਦਾ ਕਿ ਇੱਕ ਸਿੱਖ ਜਿਹੜਾ, ਉਹਦੀ ਇੱਕ ਲੱਤ ਨਕਾਰਾ ਸੀ, ਇੱਕ ਬਾਂਹ ਨਕਾਰਾ ਸੀ। ਉਹ ਲੱਤ ਤੇ ਬਾਂਹ ਨਕਾਰਾ, ਉਹਦੇ ਸੱਜੇ ਹੱਥ 'ਚ ਕਹਿੰਦਾ ਕਿਰਪਾਨ ਫੜੀ ਹੋਈ ਆ। ਕਹਿੰਦਾ ਮੈਂ ਇੱਕ ਆਪਣੇ ਫੌਜੀ ਨੂੰ ਕਿਹਾ ਵੀ ਇਹਨੂੰ ਕਹਿ ਹਥਿਆਰ ਸਿੱਟ ਦੇਵੇ, ਇਹਦਾ ਇਲਾਜ ਕਰ ਦਈਏ। ਕਹਿੰਦਾ ਉਸ ਸਿੱਖ ਨੇ ਮੇਰੇ ਵੱਲ ਛੱਡ ਕੇ ਤਲਵਾਰ ਮਾਰੀ ਕਿ ਤੈਨੂੰ ਪਤਾ ਨਹੀਂ ਅਜੇ ਪੰਥ ਦਾ ਹੁਕਮ ਨਹੀਂ ਆਇਆ, ਮੈਂ ਤਲਵਾਰ ਕਿਵੇਂ ਸਿੱਟ ਦੇਵਾਂ। ਕਹਿੰਦਾ ਮੈਂ ਪਹਿਲੀ ਵਾਰੀ ਸੋਚਣ ਨੂੰ ਮਜਬੂਰ ਹੋਇਆ ਕਿ ਸਿੱਖ ਜ਼ਖਮੀ ਆ, ਚੱਲ ਸਕਦਾ ਨਹੀਂ, ਖੱਬੀ ਲੱਤ ਤੇ ਖੱਬੀ ਬਾਂਹ ਨਕਾਰਾ, ਇਹ ਕਿਹੜੇ ਪੰਥ ਦਾ ਹੁਕਮ ਉਡੀਕ ਰਿਹਾ ਜਿਹਦੇ ਹੁਕਮ ਤੇ ਇਹਨੇ ਤਲਵਾਰ ਸਿੱਟਣੀ ਆ। ਉਦੋਂ ਫਿਰ ਉਹਨੇ ਸਿੱਖ ਇਤਿਹਾਸ ਪੜ੍ਹਦੇ ਨੇ ਉਹ ਮਹਾਨ ਇਤਿਹਾਸਕਾਰ ਬਣ ਗਿਆ। ਹੁਣ ਇਹ ਆਜ਼ਾਦੀ ਦੀ ਲੜਾਈ ਅੱਗੇ ਚੱਲੀ। ਇਸ ਲੜਾਈ ਦੇ ਅੰਦਰ ਜਿਹੜਾ ਸਿੱਖਾਂ ਦਾ ਖੂਨ ਡੁੱਲਿਆ, ਇੱਥੇ ਬਜਬਜ ਘਾਟ ਦੇ ਸੂਰਮੇ, ਜਿਹੜਾ ਕਾਮਾ ਗਾਟਾ ਮਾਰੂ ਜਹਾਜ਼, ਜਿਹਦੇ ਅੰਦਰ 376 ਲੋਕ ਸਵਾਰ ਸੀ, ਜਿਹਦੇ ਵਿੱਚੋਂ 355 ਸਿੱਖ ਸੀ। ਬਾਬਾ ਗੁਰਦਿੱਤ ਸਿੰਘ ਜੀ ਦੇ ਆਗੂ ਨੇ ਜੀ, ਬਾਬਾ ਗੁਰਦਿੱਤ ਸਿੰਘ ਜੀ ਦੇ ਆਗੂ ਨੇ। ਇਹਨਾਂ ਨੂੰ ਉੱਥੇ ਕੈਨੇਡਾ ਦੀ ਧਰਤੀ ਉੱਤਰ ਤਾਂ ਬਜਬਜ ਘਾਟ 'ਤੇ ਵਾਪਸ ਆਏ। ਘਾਟ 'ਤੇ 55 ਦੀ ਸ਼ਹੀਦੀਆਂ ਕਰਤੀਆਂ, ਬਾਕੀ ਗ੍ਰਿਫਤਾਰ ਕਰ ਦਿੱਤੇ, ਕਾਲੇ ਪਾਣੀ ਭੇਜੇ ਗਏ। ਉਸ ਤੋਂ ਬਾਅਦ 3158 ਇਹੋ ਜਿਹੇ ਲੋਕ ਨੇ ਜਿਹੜੇ ਛੱਡ ਕੇ ਆਏ ਵਿਦੇਸ਼ਾਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਲੜਨ ਦੇ ਲਈ। ਜਦੋਂ ਤੁਸੀਂ ਆਜ਼ਾਦ ਹਿੰਦ ਫੌਜ ਦੀ ਗੱਲ ਕਰਦੇ ਹੋ, ਅਕਸਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂ ਆਉਂਦਾ, ਪਰ ਇਹ ਇਤਿਹਾਸ ਦੇ ਅੰਦਰ ਗਲਤੀ ਆ। ਇੱਕ ਸਿੱਖ ਜਿਹਦਾ ਪਿੰਡ ਸਾਹਨੇਵਾਲ ਦੇ ਲਾਗੇ ਆ, ਜਨਰਲ ਮੋਹਨ ਸਿੰਘ, ਉਹਨੇ ਆਜ਼ਾਦ ਹਿੰਦ ਫੌਜ ਦੀ ਨੀਂਹ ਰੱਖੀ ਸੀ ਅਤੇ 42,000 ਦੇ ਵਿੱਚੋਂ 42,000 ਦੇ ਵਿੱਚੋਂ 28,000 ਜਿਹੜੇ ਫੌਜੀ ਸੀ ਉਹ ਸਿੱਖ ਫੌਜੀ ਸੀਗੇ ਆਜ਼ਾਦ ਹਿੰਦ ਫੌਜ ਦੇ। ਐਡਾ ਵੱਡਾ ਰੋਲ ਆਜ਼ਾਦ ਹਿੰਦ ਫੌਜ ਦੇ ਅੰਦਰ ਵੀ ਸੀਗਾ। ਹੁਣ ਇੱਥੇ ਸ਼ਹੀਦੀਆਂ ਹੋਣੀਆਂ ਸ਼ੁਰੂ ਹੋਈਆਂ। 1895 ਦੇ ਵਿੱਚ ਕਾਂਗਰਸ ਦਾ ਗਠਨ ਹੋਇਆ, ਪਰ 1824 ਤੋਂ ਲੈ ਕੇ 1895 ਤੱਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਮੁਲਕ ਦੀ ਆਜ਼ਾਦੀ ਦੇ ਲਈ ਸਿੱਖ ਸ਼ਹੀਦੀਆਂ ਦੇ ਚੁੱਕੇ ਸੀ। ਹੁਣ ਕਰਤਾਰ ਸਿੰਘ ਸਰਾਭਾ ਆਏ, ਫੌਜੀ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ, 12 ਸਾਥੀਆਂ ਨਾਲ ਫਾਂਸੀ 'ਤੇ ਚੜ੍ਹ ਗਏ। ਇਸ ਤੋਂ ਅੱਗੇ ਗਦਰੀ ਬਾਬਿਆਂ ਨੇ ਕਿਸੇ ਨੂੰ ਵੀ ਗਵਾਹੀ ਨਹੀਂ ਦੇਣ ਦਿੱਤੀ ਆਜ਼ਾਦੀ ਦੇ ਘੁਲਾਟੀਆਂ ਦੇ ਖਿਲਾਫ। ਜਿਹੜੇ ਪਿੱਠੂ ਸੀ ਉਹ ਚੁਣ ਚੁਣ ਕੇ ਮਾਰੇ। ਸ਼ਹੀਦੀ ਹੋਈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ, ਰਾਜਗੁਰੂ ਦੀ, ਸੁਖਦੇਵ ਦੀ, ਸਾਂਝਾ ਖੂਨ ਡੁੱਲਿਆ। ਸ਼ਹੀਦੀ ਹੋਈ ਜਨਰਲ ਅਡਵਾਇਰ ਨੇ ਜਦੋਂ ਜਲਿਆਂਵਾਲੇ ਬਾਗ 'ਚ ਗੋਲੀ ਚਲਾਈ ਸੀ, ਸ਼ਹੀਦ ਊਧਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਬਦਲਾ ਲਿਆ। ਹੁਣ ਇੱਥੇ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਈ। ਅੰਗਰੇਜ਼ ਹਕੂਮਤ ਕਮਜ਼ੋਰ ਪੈ ਗਈ। ਪਹਿਲੀ ਵਾਰੀ ਅੰਗਰੇਜ਼ ਹਕੂਮਤ ਨੇ ਮਈ 1847 ਦੇ ਵਿੱਚ ਇੰਗਲੈਂਡ ਦੇ ਵਿੱਚ 3 ਸ਼ਖਸੀਅਤਾਂ ਨੂੰ ਬੁਲਾਇਆ
ਪੰਡਤ ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ ਤੇ ਸਰਦਾਰ ਬਲਦੇਵ ਸਿੰਘ। ਹੁਣ ਜਿਹੜਾ ਨਾਅਰਾ ਪਹਿਲਾਂ ਹਿੰਦੁਸਤਾਨ ਦੇ ਅੰਦਰ ਚੱਲਦਾ ਸੀ ਉਹ ਕੁਇਟ ਇੰਡੀਆ ਚੱਲਦਾ ਸੀ ਕਿ ਹਿੰਦੁਸਤਾਨ ਨੂੰ ਛੱਡ ਦਿਓ, ਲੇਕਿਨ ਮੁਹੰਮਦ ਅਲੀ ਜਿਨਾਹ ਨੇ ਜਿਹੜਾ ਨਾਅਰਾ ਦਿੱਤਾ ਉਹ ਨਾਅਰਾ ਦਿੱਤਾ ਡਿਵਾਈਡ ਐਂਡ ਕੁਇਟ ਇੰਡੀਆ, ਹਿੰਦੁਸਤਾਨ ਦੇ ਵੰਡ ਦਿਓ ਤੇ ਫਿਰ ਇਹਨੂੰ ਛੱਡ ਕੇ ਜਾਓ। ਤੇ ਸਰਦਾਰ ਬਲਦੇਵ ਸਿੰਘ ਜੀ ਲਿਖਦੇ ਆ, ਕਹਿੰਦੇ ਕਿ ਜਦੋਂ ਅਸੀਂ ਉੱਥੇ ਗਏ ਸੀ ਕੈਂਬਰਿਜ ਯੂਨੀਵਰਸਿਟੀ ਦੇ ਅੰਦਰ ਇੱਕ ਲੈਕਚਰ ਸੀ ਮੁਹੰਮਦ ਅਲੀ ਜਿਨਾਹ ਦਾ। ਉਸ ਲੈਕਚਰ 'ਚ ਮੈਂ ਤੇ ਪੰਡਤ ਜਵਾਹਰ ਲਾਲ ਨਹਿਰੂ ਬੈਠੇ ਸੀ ਤੇ ਉੱਥੇ ਮੁਹੰਮਦ ਅਲੀ ਜਿਨਾਹ ਨੇ ਕਿਹਾ ਕਿ ਸਿੱਖ ਬਹੁਤ ਬਹਾਦਰ ਕੌਮ ਆ, ਪਰ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਇਹਨਾਂ ਦਾ ਸੱਜਾ ਹੱਥ ਅਸੀਂ ਫੜਿਆ ਹੋਇਆ, ਖੱਬਾ ਹੱਥ ਜਿਹੜਾ ਉਹ ਹਿੰਦੂਆਂ ਨੇ ਫੜਿਆ ਹੋਇਆ ਤੇ ਇਹਨਾਂ ਦਾ ਮੂੰਹ ਹਿੰਦੂਆਂ ਵੱਲ ਨੂੰ ਆ। ਕਹਿੰਦਾ ਅਸੀਂ ਵਿਰੋਧ ਵਜੋਂ ਮੈਂ ਤੇ ਪੰਡਤ ਜਵਾਹਰ ਲਾਲ ਨਹਿਰੂ ਉਸ ਮੀਟਿੰਗ ਨੂੰ ਛੱਡ ਕੇ ਆ ਗਏ। ਰਾਤ ਨੂੰ ਮੈਨੂੰ ਫਿਰ ਜਦੋਂ ਮੁਲਾਕਾਤ ਹੋਈ ਮੇਰੀ ਮੁਹੰਮਦ ਅਲੀ ਜਿਨਾਹ ਨਾਲ, ਤੇ ਮੈਨੂੰ ਕਿਉਂਕਿ ਉਮਰ 'ਚ ਵੱਡੇ ਸੀ, ਕਹਿੰਦੇ ਨੌਜਵਾਨ, ਕੌਮਾਂ ਦੇ ਫੈਸਲੇ ਇੱਦਾਂ ਦੇ ਨਹੀਂ ਹੁੰਦੇ, ਕੌਮਾਂ ਦੇ ਫੈਸਲੇ ਜਜ਼ਬਾਤਾਂ ਨਾਲ ਨਹੀਂ ਹੁੰਦੇ। ਮੁਹੰਮਦ ਅਲੀ ਜਿਨਾਹ ਸਿੱਖਾਂ ਨੂੰ ਇਹ ਲਿਖ ਕੇ ਦੇਣ ਨੂੰ ਤਿਆਰ ਸੀ ਕਿ ਜੇ ਤੁਸੀਂ ਸਾਡੇ ਨਾਲ ਪਾਕਿਸਤਾਨ ਵਿੱਚ ਆਉਂਦੇ ਆ, ਜੇ ਮੁਲਕ ਦਾ ਰਾਸ਼ਟਰਪਤੀ ਸਿੱਖ ਹੋਏਗਾ ਤੇ ਪ੍ਰਧਾਨ ਮੰਤਰੀ ਮੁਸਲਮਾਨ ਹੋਏਗਾ, ਜਿਸ ਰਾਸ਼ਟਰਪਤੀ ਮੁਸਲਮਾਨ ਹੋਏਗਾ ਤਾਂ ਪ੍ਰਧਾਨ ਮੰਤਰੀ ਸਿੱਖ ਹੋਏਗਾ, ਇੱਕ ਅਹੁਦਾ ਤੁਹਾਡੇ ਕੋਲ ਰਹੇਗਾ। ਪੰਜਾਬ ਦੇ ਅੰਦਰ ਤੁਹਾਡੀ ਹਮੇਸ਼ਾ ਸੋਵਰੇਨਟੀ ਰਹੇਗੀ ਤੇ ਇੱਥੇ 40% ਅਹੁਦੇ ਤੁਹਾਡੇ ਕੋਲ ਰਹਿਣਗੇ, 20% ਪੂਰੇ ਪਾਕਿਸਤਾਨ ਦੇ ਅੰਦਰ ਤੁਹਾਨੂੰ ਰਿਜ਼ਰਵੇਸ਼ਨ ਮਿਲੇਗੀ, ਤੁਹਾਨੂੰ ਸਭ ਕੁਝ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ। ਕਹਿੰਦਾ ਜਦੋਂ ਮੈਂ ਸਵਾਲ ਕੀਤਾ ਹੈ ਮੁਹੰਮਦ ਅਲੀ ਜਿਨਾਹ ਨੂੰ ਵੀ ਤੁਸੀਂ ਪਾਕਿਸਤਾਨ ਲੈਣਾ ਕਿੱਡਾ, ਉਹਨੇ ਪੇਪਰ ਵੇਟ ਟੇਬਲ ਤੋਂ ਚੁੱਕਿਆ, ਕਹਿੰਦਾ ਚਾਹੇ ਐਡਾ ਬੜਾ ਮਿਲੇ ਪਰ ਲੈਣਾ ਪਾਕਿਸਤਾਨ ਹੈ, ਪਾਕਿਸਤਾਨ ਤੋਂ ਘੱਟ ਕੋਈ ਸਮਝੌਤਾ ਨਹੀਂ ਕਰਨਾ। ਹੁਣ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਇੱਕ ਆਜ਼ਾਦ ਤੇ ਬਹਾਦਰ ਕੌਮ ਆ। ਹੁਣ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਇੱਕ ਆਜ਼ਾਦ ਤੇ ਬਹਾਦਰ ਕੌਮ ਆ। ਲਾਰਡ ਮਾਊਂਟਬੈਟਨ ਨੇ ਸੁਨੇਹਾ ਭੇਜਿਆ ਸਰਦਾਰ ਬਲਦੇਵ ਸਿੰਘ ਨੂੰ ਕਿ ਤੁਸੀਂ ਵਾਪਸ ਜਾਣ ਦੀ ਬਜਾਏ 2 ਦਿਨ ਰੁਕ ਜਾਓ ਤਾਂ ਕਿ ਸਿੱਖਾਂ ਦੇ ਹੱਕ ਨੂੰ ਸਿਕਿਉਰ ਕੀਤਾ ਜਾ ਸਕੇ। ਪਰ ਉਹਨੇ ਆ ਕੇ ਇਹ ਗੱਲ ਪੰਡਤ ਨਹਿਰੂ ਨਾਲ ਕਰ ਦਿੱਤੀ। ਪੰਡਤ ਨਹਿਰੂ ਨਾਲ ਗੱਲ ਕੀਤੀ ਤੇ ਪੰਡਤ ਨਹਿਰੂ ਸਾਹਿਬ ਜਿਹੜੇ ਨੇ ਉਹ ਸਰਦਾਰ ਬਲਦੇਵ ਸਿੰਘ ਜੀ ਨੂੰ ਆਪਣੇ ਨਾਲ ਲੈ ਤੇ ਕੋਈ ਫੈਸਲਾ ਨਹੀਂ ਹੋ ਪਾਇਆ। ਦੂਜੇ ਪਾਸੇ ਇਸ ਮੁਲਕ ਨੂੰ ਵੰਡ ਦਿੱਤਾ ਗਿਆ, ਆਜ਼ਾਦੀ ਆ ਗਈ। ਜਿਨ੍ਹਾਂ ਸਿੱਖਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸ਼ਹੀਦੀਆਂ ਕਰਵਾ ਕੇ ਇਸ ਮੁਲਕ ਨੂੰ ਆਜ਼ਾਦੀ ਲੈ ਕੇ ਦਿੱਤੀ, ਜਦੋਂ ਬਾਰਡਰ ਬਣ ਗਿਆ ਉਦੋਂ ਦਿੱਲੀ ਦੇ ਵਿੱਚ ਤੇ ਉਦੋਂ ਕਰਾਚੀ ਦੇ ਵਿੱਚ ਜਸ਼ਨ ਹੋ ਰਹੇ ਨੇ ਆਜ਼ਾਦੀ ਦੇ, ਪਰ ਸਿੱਖ ਹਿਜਰਤ ਕਰ ਰਿਹਾ ਬਾਹਰ ਦੇ ਵਿੱਚ, ਆਪਣੀਆਂ ਵਧੀਆ ਜ਼ਮੀਨਾਂ ਛੱਡ ਕੇ ਪੰਜਾਬ ਦੇ ਅੰਦਰ ਆ ਕੇ ਉਹਨਾਂ ਨੇ ਬੰਜਰ ਜ਼ਮੀਨਾਂ ਉਹਨਾਂ ਨੂੰ ਮਿਲੀਆਂ, ਪਲੱਸ ਜਿਹੜੀ ਖਾਨਾ ਜੰਗੀ ਸੀ ਉਹ ਸ਼ੁਰੂ ਹੋ ਗਈ। ਲਗਭਗ 4 ਲੱਖ ਸਿੱਖਾਂ ਦਾ ਕਤਲ ਜਦੋਂ ਹਿੰਦੁਸਤਾਨ ਦੇ ਲੋਕ ਆਜ਼ਾਦੀ ਦਾ ਜਸ਼ਨ ਮਨਾ ਰਹੇ ਸੀ ਤੇ ਕਰਾਚੀ ਦੇ ਅੰਦਰ ਮੁਸਲਮਾਨ ਜਸ਼ਨ ਮਨਾ ਰਹੇ ਸੀ, ਸਿੱਖ ਜਿਹੜੇ ਸੀ ਉਹ ਫਿਰ ਲੜਾਈ ਦੇ ਅੰਦਰ ਜੂਝ ਰਹੇ ਨੇ, ਦੰਗਿਆਂ ਦੇ ਅੰਦਰ ਜੂਝ ਰਹੇ ਨੇ। ਪੋਠੋਹਾਰ ਦਾ ਮੈਨੂੰ ਯਾਦ ਹੈ ਕਿ ਸਿੱਖ ਭੈਣਾਂ ਨੇ ਛਾਲਾਂ ਮਾਰ ਕੇ ਖੂਹ ਭਰ ਦਿੱਤੇ ਸੀ ਕਿ ਉਹ ਮੁਸਲਮਾਨਾਂ ਦੇ ਹੱਥ ਨਾ ਲੱਗ ਜਾਣ। ਇਹੋ ਜਿਹੇ ਸਿੱਖਾਂ ਦੇ ਵੀ ਘਰ ਸੀ ਜਿਨ੍ਹਾਂ ਨੇ ਆਪਣੀ ਬਹੂ ਬੇਟੀਆਂ ਨੂੰ ਆਪ ਕਤਲ ਕੀਤੀਆਂ ਕਿ ਸਾਡੇ ਸਾਹਮਣੇ ਅਸੀਂ ਦੇਖ ਨਹੀਂ ਸਕਦੇ ਕਿ ਸਾਡੀ ਬਹੂ ਬੇਟੀਆਂ ਦੀ ਇੱਜ਼ਤ ਲੁੱਟੀ ਜਾਵੇ। ਹੁਣ ਇੱਕ ਪਾਸੇ ਆਜ਼ਾਦੀ ਦਾ ਜਸ਼ਨ ਹੋ ਰਿਹਾ ਔਰ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ ਇਸ ਧਰਤੀ ਨੂੰ ਆਜ਼ਾਦੀ ਲੈ ਕੇ ਦਿੱਤੀ ਆ ਉਹ ਖੂਨ ਦੀ ਹੋਲੀ ਖੇਲ ਰਹੇ ਨੇ। ਮੁਲਕ ਆਜ਼ਾਦ ਹੋ ਗਿਆ ਪਰ ਸਿੱਖ ਇਸ ਮੁਲਕ ਦੇ ਅੰਦਰ ਕੋਈ ਆਪਣੇ ਲਈ ਸਥਾਨ ਮੁਕਰਰ ਨਹੀਂ ਕਰਾ ਸਕੇ। ਜਿਹੜਾ ਸਭ ਤੋਂ ਪਹਿਲਾ ਤੋਹਫਾ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਲਿਆਂ ਨੂੰ ਦਿੱਤਾ ਗਿਆ, ਉਹ ਤੋਹਫਾ ਕੀ ਦਿੱਤਾ? 1956 ਦੇ ਵਿੱਚ ਵੱਲਭ ਭਾਈ ਪਟੇਲ ਇੱਕ ਬਿਆਨ ਦਿੰਦਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਆ, ਇਹ ਤਾਂ ਕ੍ਰਾਈਮ ਕਰਨ ਵਾਲੇ ਲੋਕ ਹੈ। ਉਹ ਜਿਨ੍ਹਾਂ ਲੋਕਾਂ ਦੇ ਨਾਲ ਅਸੀਂ ਨਹੀਂ ਗਏ, ਜਿਨ੍ਹਾਂ ਦੇ ਨਾਲ ਅਸੀਂ ਲੜਾਈ ਲੜੀ, ਉਹਨਾਂ ਦੇ ਵਿੱਚ ਈਰਾਨ ਦੇ ਅੰਦਰ ਇੱਕ ਸ਼ਹਿਰ ਹੈ ਜਿੱਥੇ 30-35 ਸਾਲ ਪਹਿਲਾਂ ਸਿੱਖਾਂ ਨੂੰ ਕਿਹਾ ਜਾਂਦਾ ਸੀ ਇਹ ਨੇਕ ਔਰ ਪਾਰਸਾ ਨੇ। ਪਾਰਸਾ ਸ਼ਬਦ ਦਾ ਅਰਥ ਹੈ ਉਹ ਲੋਕ ਜਿਹੜੇ ਗੁਨਾਹ ਹੀ ਨਹੀਂ ਕਰਦੇ। ਉੱਥੇ ਦੀ ਅਦਾਲਤ ਦੇ ਵਿੱਚ, ਈਰਾਨ ਦੀ ਅਦਾਲਤ ਦੇ ਵਿੱਚ ਸਿੱਖਾਂ ਨੂੰ
ਜੇ ਕੋਈ ਸਿੱਖ ਜਾ ਕੇ ਕਹਿ ਦੇਵੇ ਹਾਂ ਇਸ ਬੰਦੇ ਨੂੰ ਮੈਂ ਗੁਨਾਹ ਕਰਦੇ ਦੇਖਿਆ, ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਸੀ। ਜੇ ਸਿੱਖ ਜਾ ਕੇ ਕਹਿ ਦੇਵੇ ਇਸ ਬੰਦੇ ਨੇ ਗੁਨਾਹ ਨਹੀਂ ਕੀਤਾ, ਮੈਂ ਇਹਨੂੰ ਦੇਖਿਆ, ਤੇ ਉਹਨੂੰ ਮਾਫ ਕਰ ਦਿੱਤਾ ਜਾਂਦਾ ਸੀ। ਉਹ ਸਿੱਖਾਂ ਦੇ ਖਿਲਾਫ ਕੁਝ ਇਲਾਕੇ ਸੀ ਈਰਾਨ ਦੇ ਇੱਕ ਟਾਈਮ ਦੇ ਉੱਤੇ, ਉੱਥੇ ਪੁਲਿਸ 'ਚ ਦਰਖਾਸਤ ਨਹੀਂ ਸੀ ਹੋ ਸਕਦੀ, ਕਿਉਂਕਿ ਉਹ ਜਾਣਦੇ ਸੀ ਇਹ ਲੋਕ ਗੁਨਾਹ ਹੀ ਨਹੀਂ ਕਰਦੇ। ਇਹ ਸਮਾਂ ਬਦਲਦਾ ਗਿਆ ਤੇ ਅੱਜ ਜਿਹੜੀ ਮੌਜੂਦਾ ਹਾਲਾਤ ਹੈ, ਸਾਡੀ ਦਰਬਾਰ ਸਾਹਿਬ 'ਤੇ ਹਮਲਾ, ਸਾਡੇ ਧਰਮ 'ਤੇ ਹਮਲਾ ਆ, ਜਿਹੜਾ ਆਪਰੇਸ਼ਨ ਵੁੱਡ ਰੋਜ਼ ਹੋਇਆ, ਸਾਡੀਆਂ ਜਵਾਨੀਆਂ ਦਾ ਘਾਣ ਕੀਤਾ ਗਿਆ। ਹੁਣ ਇਹ ਸਾਰਾ ਐਪੀਸੋਡ ਜਿਹੜਾ ਆ, ਇਹ ਜਿਹੜਾ ਸਾਰਾ ਇਤਿਹਾਸ ਹੈ, ਸੰਖੇਪ ਰੂਪ ਦੇ ਵਿੱਚ ਸੰਗਤਾਂ ਦੇ ਸਾਹਮਣੇ ਰੱਖ ਦਿੱਤਾ। ਸਿੱਖ ਆਪ ਫੈਸਲਾ ਕਰੇ ਕਿ ਉਹਦੇ ਕੋਲ ਰਾਜਨੀਤਿਕ ਆਜ਼ਾਦੀ ਹੈ, ਕੀ ਉਹਦੇ ਕੋਲ ਧਾਰਮਿਕ ਆਜ਼ਾਦੀ ਹੈ, ਕੀ ਉਹਦੇ ਕੋਲ ਸਮਾਜਿਕ ਆਜ਼ਾਦੀ ਹੈ, ਕੀ ਉਹਦੇ ਕੋਲ ਆਰਥਿਕ ਆਜ਼ਾਦੀ ਹੈ। ਜੇ ਮਾਨਸਿਕ ਤੌਰ 'ਤੇ ਵੀ ਸਿੱਖ ਗੁਲਾਮ ਆ, ਧਾਰਮਿਕ ਤੌਰ 'ਤੇ ਵੀ ਸਿੱਖ ਗੁਲਾਮ ਆ, ਰਾਜਨੀਤਿਕ ਤੌਰ 'ਤੇ ਵੀ ਗੁਲਾਮ ਆ, ਇਹਦਾ ਮਤਲਬ ਸਿੱਖ ਆਜ਼ਾਦ ਨਹੀਂ ਹੈ। ਜਿਹੜੇ ਸਿੱਖ ਇਹ ਮੰਨਦੇ ਨੇ ਕਿ ਅਸੀਂ ਆਜ਼ਾਦ ਹਾਂ, ਮੈਂ ਫਿਰ ਸਮਝਦਾ ਉਹ ਸਿੱਖ ਨਹੀਂ ਹੈ। ਆਜ਼ਾਦੀ ਦਾ ਹੋਰ ਲੰਬਾ ਸੰਘਰਸ਼ ਹੈ ਜਿਹੜਾ ਉਹ ਸਿੱਖਾਂ ਨੂੰ ਲੜਨਾ ਪੈਣਾ ਜੀ। ਠੀਕ ਹੈ। ਤੇ ਜਿਸ ਤਰ੍ਹਾਂ ਆਪ ਜੀ ਨੇ ਇਤਨਾ ਡੀਪਲੀ ਦੱਸਿਆ ਇਤਿਹਾਸ ਨੂੰ ਲੈ ਕੇ, ਪੁਰਾਤਨ ਇਤਿਹਾਸ ਨੂੰ ਲੈ ਕੇ ਮੌਜੂਦਾ ਸਮਾਂ ਤੱਕ ਅਸੀਂ ਪਹੁੰਚੇ ਹਾਂ, ਤੇ ਅੱਜ ਦੇ ਸਿੱਖ ਨੂੰ ਆਜ਼ਾਦ ਹੋਣ ਦੇ ਲਈ ਕੀ ਕਰਨਾ ਪਏਗਾ? ਦੇਖੋ, ਆਜ਼ਾਦੀ ਦੇ ਰਾਹ ਦੇ ਲਈ ਜਿਹੜੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦੀ ਆਪਾਂ ਗੱਲ ਕੀਤੀ ਹੈ ਨਾ, ਉਹਦੀ ਸੇਧ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਅੱਜ ਸਿੱਖ ਧਰਮ ਦੇ ਉੱਤੇ ਵੈਸ਼ਨਵ ਧਰਮ ਦੀ RSS ਜਥੇਬੰਦੀ ਵੱਲੋਂ ਖੁੱਲ੍ਹਮ ਖੁੱਲ੍ਹੇ ਹਮਲੇ ਕੀਤੇ ਜਾ ਰਹੇ ਆ, ਧਰਮ ਦੇ ਅੰਦਰ ਦਖਲ ਦਿੱਤਾ ਜਾ ਰਿਹਾ। ਜੇ ਸਿੱਖ ਆਪਣੇ ਧਰਮ ਨਾਲ ਜੁੜ ਜਾਵੇ, ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲਵੇ, ਸੰਗਠਿਤ ਹੋ ਜਾਵੇ, ਤਾਂ ਹੀ ਆਜ਼ਾਦੀ ਮਿਲ ਸਕਦੀ ਹੈ। ਹੋਰ ਕੋਈ ਰਸਤਾ ਨਹੀਂ। ਪਹਿਲਾਂ ਆਪਣੇ ਧਰਮ 'ਚ ਪਰਪੱਕ ਹੋਵੋ, ਆਪਣੇ ਸਿਧਾਂਤ ਨੂੰ ਸਮਝੋ, ਇਕਜੁੱਟ ਹੋਵੋ, ਤਾਂ ਤੁਸੀਂ ਆਜ਼ਾਦੀ ਪ੍ਰਾਪਤ ਕਰ ਸਕਦੇ ਹੋ ਜੀ। ਅੱਜ ਦੀ ਜੋ ਨਵੀਂ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਜਿਸ ਨੇ ਆਉਣ ਵਾਲੇ ਸਮੇਂ ਨੂੰ ਸੰਭਾਲਣਾ ਹੈ, ਆਉਣ ਵਾਲੀ ਸਮੇਂ ਦੇ ਮੁਤਾਬਕ ਕੌਮ ਨੂੰ ਸੰਭਾਲਣਾ ਹੈ, ਉਹਨਾਂ ਲਈ ਕੋਈ ਮੈਸੇਜ? ਦੇਖੋ, ਉਹਨਾਂ ਦੀ ਮੈਸੇਜ ਇਹ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਧਰਮ ਤੋਂ ਟੁੱਟਦੀ ਜਾ ਰਹੀ ਹੈ। ਧਰਮ ਨੂੰ ਇਵੇਂ ਸਮਝਦੀ ਹੈ ਕੋਈ ਫਾਲਤੂ ਦੀ ਚੀਜ਼ ਹੈ ਜਾਂ ਆਊਟ ਫੈਸ਼ਨ ਗੱਲ ਆ। ਪਰ ਜਦੋਂ ਤੁਸੀਂ ਅੱਜ ਦੇਖਦੇ ਹੋ, ਅੱਜ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ। ਤੁਹਾਨੂੰ ਕੰਪਿਊਟਰ ਦੇ ਦਿੱਤਾ, ਤੁਹਾਨੂੰ ਕਾਰ ਦੇ ਦਿੱਤੀ, ਤੁਹਾਨੂੰ ਹਵਾਈ ਜਹਾਜ਼ ਦੇ ਦਿੱਤਾ, ਤੁਹਾਨੂੰ ਗੱਡੀਆਂ ਦੇ ਦਿੱਤੀਆਂ, ਤੁਹਾਨੂੰ ਸੁੱਖ ਸਾਧਨ ਦਾ ਹਰੇਕ ਦਾ ਸਾਧਨ ਤੁਹਾਡੇ ਪੱਲੇ ਸਾਇੰਸ ਨੇ ਪਾ ਦਿੱਤਾ। ਪਰ ਸਾਇੰਸ ਤੁਹਾਡੇ ਅੰਦਰ ਉੱਚਾ ਕਰੈਕਟਰ, ਉੱਚਾ ਅਖਲਾਕ, ਧਰਮ, ਲੜਨ ਲਈ ਬਹਾਦਰੀ ਪੈਦਾ ਨਹੀਂ ਕਰ ਸਕਦੀ। ਇਹ ਸਾਰਾ ਕੁਝ ਧਰਮ ਨਹੀਂ ਕਰਨਾ। ਅੱਜ ਜੇ ਅਸੀਂ ਪ੍ਰਚਾਰਕਾਂ ਦੀ ਗਿਣਤੀ ਕਰਦੇ ਹਾਂ ਨਾ, ਪੰਜਾਬ ਦੇ ਟੋਟਲ 13,088 ਪਿੰਡ ਹੈ। ਇੱਕ ਪ੍ਰਚਾਰਕ ਜਿਹੜਾ ਹੈ ਉਹ ਇੱਕ ਪਿੰਡ ਲਈ ਨਹੀਂ, ਇੱਕ ਪਿੰਡ ਲਈ 5 ਪ੍ਰਚਾਰਕ ਆਉਂਦੇ ਆ। ਪਰ ਉਹਦੇ ਬਾਵਜੂਦ ਵੀ ਉਹ ਮਿਸ਼ਨਰੀਆਂ ਜਿਹੜਾ ਝੂਠ ਦੇ ਧਰਮ ਦਾ ਪ੍ਰਚਾਰ ਕਰਦੀਆਂ, ਉਹਨਾਂ ਦੀ ਗਿਣਤੀ ਪੰਜਾਬ 'ਚ ਵੱਧਦੀ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੌਮ ਦੇ ਪ੍ਰਚਾਰਕਾਂ ਨੂੰ, ਕੌਮ ਦੇ ਆਗੂਆਂ ਨੂੰ ਸ਼ਿੱਦਤ ਦੇ ਨਾਲ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ। ਨੌਜਵਾਨ ਪੀੜ੍ਹੀ ਨੂੰ ਗੁਰਦੁਆਰਿਆਂ ਤੱਕ ਲਿਆਉਣ ਲਈ, ਧਰਮ ਤੱਕ ਲਿਆਉਣ ਲਈ ਕਿਹੜੇ ਉਪਰਾਲੇ ਕਰਨੇ, ਉਹਨਾਂ 'ਤੇ ਫੈਸਲਾ ਕਰਨਾ ਚਾਹੀਦਾ। ਕਿਉਂਕਿ ਜਿਹੜੀ ਤੁਹਾਡੀ ਨੌਜਵਾਨ ਪੀੜ੍ਹੀ ਹੈ ਨਾ, ਉਹ ਧਰਮ ਤੋਂ ਦੂਰ ਹੀ ਹੁੰਦੀ ਜਾ ਰਹੀ ਹੈ। ਉਹ ਗੁਰਦੁਆਰਿਆਂ 'ਚ ਨਹੀਂ ਆਉਂਦੀ, ਉਹ ਤੁਹਾਡੇ TV ਪ੍ਰੋਗਰਾਮ ਵੀ ਨਹੀਂ ਦੇਖਦੀ। ਉਹਨਾਂ ਨੂੰ ਧਰਮ ਦੇ ਨਾਲ ਕਿਵੇਂ ਜੋੜਨਾ, ਪਹਿਲਾਂ ਉਹ ਪ੍ਰਬੰਧ ਕਰੋ। ਇਹ ਜਿਹੜਾ ਨੌਜਵਾਨ ਆ, ਸਿੱਖ ਨੌਜਵਾਨ, ਮੈਨੂੰ ਇੱਕ ਬੜੀ ਵੱਡੀ ਗੱਲ ਯਾਦ ਆਉਂਦੀ ਹੈ ਕਿਸੇ ਵਿਦਵਾਨ ਦੀ। ਉਹ ਕਹਿੰਦਾ ਕਿ ਗੁਲਾਮ ਨੂੰ ਗੁਲਾਮ ਦੀ ਗੁਲਾਮੀ ਦਾ ਅਹਿਸਾਸ ਕਰਾ ਦਿਓ, ਉਹ ਬਗਾਵਤ ਕਰ ਦਊਗਾ। ਅੱਜ ਸਾਡੇ ਅੰਦਰ ਉਹ ਜਜ਼ਬਾ ਆ। ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਦਿਸ਼ਾਹੀਣ ਹੋ ਚੁੱਕੀ ਹੈ। ਉਹਨੂੰ ਦਿਸ਼ਾ ਦੇਣਾ ਕੌਮ ਦੇ ਆਗੂਆਂ ਦੀ ਗੱਲ ਹੈ, ਅਤੇ ਪ੍ਰਚਾਰਕਾਂ ਨੂੰ ਸੱਚ ਬੋਲਣਾ ਚਾਹੀਦਾ। ਇੱਕ ਸ਼ਾਇਰ ਲਿਖਦਾ ਹੈ, अपने भी खफा मुझसे है बेगाने भी नाखुश, मैं जहने हरियावल को जमी पे नशर ना कर सका। जे मैं सच ही नहीं बोल सकता, फिर मैनू प्रचारक बनने का कोई हक नहीं है। ਜਿਹੜੇ जज्बात मेरे अंदर है, वो मैनू अपनी कौम तक पहुँचाने चाहिए। ਇਹ ਤਾਂ ਬਹੁਤ ਵਧੀਆ ਆਪ ਜੀ ਦਾ ਉੱਤਰ ਮਿਲਿਆ ਇਸ ਗੱਲ ਦੇ ਉੱਪਰ। ਇੱਕ ਅਖੀਰਲਾ ਸਵਾਲ, ਕਿ ਸਾਡੀ ਗੁਲਾਮੀ ਦਾ ਕਾਰਨ ਅੱਜ ਦੇ ਜੋ ਨਵੇਂ ਛੋਟੇ ਪੰਥ ਚੱਲ ਪਏ ਨੇ,
ਜਾਂ ਡੇਰੇਦਾਰ ਚੱਲ ਪਏ ਨੇ, ਕੀ ਉਹਨਾਂ ਦਾ ਸਾਡੀ ਗੁਲਾਮੀ ਦੇ ਵਿੱਚ ਹੱਥ ਹੈ? ਦੇਖੋ, ਸਿੱਧੇ ਤੌਰ ਤੇ ਪੰਥ ਵਿੱਚ ਤਰੇੜਾਂ ਪਾਉਣ ਲਈ ਇਹੀ ਲੋਕ ਜ਼ਿੰਮੇਵਾਰ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੋੜ ਕੇ ਆਪਣੇ ਨਾਲ ਜੋੜਦੇ ਨੇ। ਇਹ ਇੱਕ ਧਾਰਮਿਕ ਦਿਵਾਲੀਏਪਣ ਦੀ ਨਿਸ਼ਾਨੀ ਹੈ। ਜਦੋਂ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਮਝਾਇਆ ਸ਼ਬਦ ਗੁਰੂ ਸੁਰਤ ਚੇਲਾ, ਤੇ ਅਸੀਂ ਦੇਹਧਾਰੀ ਕੁੜੀਆਂ ਨਾਲ ਜੁੜਦੇ ਹਾਂ, ਅਸੀਂ ਦੇਹਧਾਰੀ ਪਖੰਡੀਆਂ ਨਾਲ ਜੁੜਦੇ ਹਾਂ। ਇਸ ਲਈ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਕੌਮ ਨੂੰ ਪਾੜਨ ਦੇ ਵਿੱਚ। ਸਿਰਫ ਇੱਕੋ ਇੱਕ ਨਿਸ਼ਾਨਾ ਖਾਲਸਾਈ ਝੰਡੇ ਦੇ ਥੱਲੇ ਇਕੱਠੇ ਹੋ ਕੇ ਹੀ ਆਜ਼ਾਦੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸਨ ਸਾਡੇ ਨਾਲ ਅੱਜ ਸੋਹਣ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪਣੇ ਵਿਸ਼ੇ 'ਤੇ ਬਹੁਤ ਸੁਚੱਜੇ ਢੰਗ ਨਾਲ ਸਾਰੀ ਗੱਲਾਂ ਨੂੰ ਕਲੀਅਰ ਕੀਤਾ, ਨੌਜਵਾਨ ਪੀੜ੍ਹੀ ਨੂੰ ਸੁਚੇਤ ਕੀਤਾ ਕਿ ਆਉਣ ਵਾਲੇ ਸਮੇਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕੇ ਔਰ ਕੌਮ ਨੂੰ ਕਿਸ ਤਰ੍ਹਾਂ ਅੱਗੇ ਹੋਰ ਵਧਾਇਆ ਜਾ ਸਕੇ, ਔਰ ਕਿਸ ਤਰ੍ਹਾਂ ਅਸੀਂ ਮਾਨਸਿਕ ਤੌਰ 'ਤੇ, ਆਰਥਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਧਾਰਮਿਕ ਤੌਰ 'ਤੇ ਕਿਸ ਤਰ੍ਹਾਂ ਅਸੀਂ ਗੁਲਾਮ ਹਾਂ। ਇਸ ਗੁਲਾਮੀ ਤੋਂ ਹਟਣ ਵਾਸਤੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਲੈਣੀ ਚਾਹੀਦੀ ਹੈ, ਉਹਨਾਂ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਸੋ ਅਸੀਂ ਬਹੁਤ ਧੰਨਵਾਦੀ ਹਾਂ ਵੀਰ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ। ਇਸ ਕੀਮਤੀ ਸਮੇਂ ਲਈ ਅਸੀਂ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੱਕਦੇ ਟੀਵੀ ਦੇਖ ਰਹੇ ਬਹੁਤ ਸਾਰੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਬਹੁਤ ਵਾਧਾ ਹੋਇਆ ਹੋਵੇਗਾ। ਉਹ ਹਿੰਦੁਸਤਾਨ ਤੇ ਸਿੱਖਾਂ ਦੇ ਇਤਿਹਾਸ ਬਾਰੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਜਿਵੇਂ ਕਿ ਅਸੀਂ ਦੇਖਿਆ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਗੁਲਾਮੀ ਸਮੇਂ-ਸਮੇਂ ਤੇ ਆਪਣਾ ਸਿਰ ਚੁੱਕਦੀ ਰਹੀ ਹੈ। ਸੋਹਣ ਸਿੰਘ ਜੀ ਨੇ ਗੁਲਾਮੀ ਦੀਆਂ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਜਾਣਕਾਰੀ ਦੇ ਅਨੁਸਾਰ ਜੇ ਤੁਹਾਡੇ ਕੋਲ ਸਮਾਜਿਕ, ਆਰਥਿਕ ਅਤੇ ਧਾਰਮਿਕ ਆਜ਼ਾਦੀ ਨਹੀਂ ਹੈ ਤਾਂ ਤੁਸੀਂ ਗੁਲਾਮ ਹੋ। ਯਾਨੀ ਅਗਰ ਤੁਸੀਂ ਬਾਹਰ ਕਿਤੇ ਜਾ ਆ ਨਹੀਂ ਸਕਦੇ ਤਾਂ ਤੁਸੀਂ ਗੁਲਾਮ ਹੋ। ਅਗਰ ਤੁਸੀਂ ਆਪਣੇ ਧਰਮ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ, ਧਰਮ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਤੁਸੀਂ ਗੁਲਾਮ ਹੋ। ਔਰ ਅਗਰ ਤੁਸੀਂ ਕੋਈ ਚੀਜ਼ ਖਰੀਦ ਨਹੀਂ ਸਕਦੇ ਜਾਂ ਕਿਸੇ ਚੀਜ਼ ਨੂੰ ਪਾ ਨਹੀਂ ਸਕਦੇ ਤਾਂ ਤੁਸੀਂ ਗੁਲਾਮ ਹੋ। ਅਤੇ ਇਹ ਸਿਲਸਿਲਾ ਸਾਡੇ ਇਤਿਹਾਸ ਵਿੱਚ ਜੇ ਗੱਲ ਕਰੀਏ ਤੇ ਆਰੀਆਂ ਦੇ ਹਿੰਦੁਸਤਾਨ ਵਿੱਚ ਆਗਮਨ ਦੇ ਨਾਲ ਸ਼ੁਰੂ ਹੋਇਆ ਸੀ ਅਤੇ ਵੱਖ-ਵੱਖ ਰਾਜਿਆਂ ਦੇ ਰਾਜ ਵਿੱਚ ਇਹ ਵੱਖ-ਵੱਖ ਸ਼ਕਲਾਂ ਦੇ ਵਿੱਚ ਸਾਹਮਣੇ ਆਉਂਦਾ ਰਿਹਾ ਹੈ। ਸੋਹਣ ਸਿੰਘ ਜੀ ਨੇ ਦੱਸਿਆ ਕਿ ਸਿੱਖ ਗੁਰੂਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਨੂੰ ਨਾ ਮਨਜ਼ੂਰ ਕੀਤਾ ਗਿਆ ਸੀ ਅਤੇ ਹਰ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਨਾ ਕਰਨ ਅਤੇ ਨਾ ਸਹਿਣ ਦੀ ਸੇਧ ਦਿੱਤੀ ਗਈ ਸੀ। ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਵੱਖ-ਵੱਖ ਉਦਾਹਰਨਾਂ ਦੇ ਕੇ ਉਹਨਾਂ ਨੇ ਇਹ ਗੱਲ ਪ੍ਰਮਾਣਿਤ ਕੀਤੀ। ਸ਼ਾਇਦ ਇਹਨਾਂ ਹੀ ਸਿੱਖਿਆਵਾਂ ਕਾਰਨ ਸਿੱਖਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ, ਪਰ ਫਿਰ ਵੀ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਿਆ ਅਤੇ ਅੱਜ ਤੱਕ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਹਾਂ। ਉਹਨਾਂ ਇਹ ਵੀ ਕਿਹਾ ਕਿ ਸਿੱਖ ਕੌਮ ਨੂੰ ਆਜ਼ਾਦੀ ਲਈ ਜਾਂ ਆਜ਼ਾਦ ਹੋਣ ਲਈ ਖਾਲਸੇ ਦੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਹਨਾਂ ਹੀ ਵਿਚਾਰਾਂ ਦੇ ਨਾਲ ਅਸੀਂ ਲੈਂਦੇ ਹਾਂ ਤੋਂ ਇਜਾਜ਼ਤ ਤੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਹੋਈ ਗੱਲਬਾਤ ਨਾਲ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ। ਸੋ ਮਿਲਦੇ ਹਾਂ ਜੀ ਇੱਕ ਅਗਲੇ ਐਪੀਸੋਡ ਦੇ ਵਿੱਚ, ਪਰ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫੋਨ ਦੇ ਰਾਹੀਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਔਰ ਇਸ ਦੇ ਨਾਲ-ਨਾਲ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਇੱਥੇ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਮਿਲਦੇ ਹਾਂ ਇੱਕ ਨਵੇਂ ਐਪੀਸੋਡ ਦੇ ਵਿੱਚ ਇੱਕ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।